जी वाहिगुरू जी का खालसा वाहिगुरू जी की फतेह। आप साਰਿਆਂ जी ਦਾ ਕੈਂਪ ਵਿੱਚ ਆਉਣ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਪ ਸਾਰਿਆਂ ਦਾ। ਤੇ ਅੱਜ ਦੀ ਕੈਂਪ ਦੀ ਸ਼ੁਰੂਆਤ ਅਸੀਂ ਜਾਪ ਦੀ ਸੇਵਾ ਤੋਂ ਆਰੰਭ ਕਰਾਂਗੇ ਜੀ। ਤੇ ਅੱਜ ਦੀ ਜਾਪ ਦੀ ਸੇਵਾ ਨਿਭਾਉਣਗੇ ਕੋਮਲਪ੍ਰੀਤ ਕੌਰ, ਇਹ ਨੇ ਫਿਰੋਜ਼ਪੁਰ ਤੋਂ ਜੀ ਤੇ ਇਹਨਾਂ ਦਾ ਈਪੀਪੀ ਨੰਬਰ ਹੈ 11655। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੋਮਲਪ੍ਰੀਤ ਕੌਰ ਜੀ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਪ ਜੀ ਨੇ ਜਾਪ ਦੀ ਸੇਵਾ ਬਹੁਤ ਹੀ ਸੋਹਣੇ ਤਰੀਕੇ ਨਾਲ ਨਿਭਾਈ ਹੈ ਜੀ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਅਮਰਿੰਦਰ ਸਿੰਘ ਜੀ ਕੀਰਤਨ ਦੀ ਸੇਵਾ ਨਿਭਾਉਣਗੇ ਜੀ। ਇਹਨਾਂ ਦਾ ਈਪੀਪੀ ਨੰਬਰ ਹੈ 13309। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
परम न पूनो पाई, परम न पूनो पाई। खालिक खलिक खलक में खालिक, पूर रहे ओ श्रम ठाई, पूर रहे ओ श्रम ठाई। माटी एक अनेक बांध कर, साजी साजन हारे, साजी साजन हारे। ना कछ कोच माटी के पांडे, ना कछ कोच कुबारे, ना कछ कोच कुबारे। सब में सच्चाई को सोई, जिसका किया सब कुछ होई, जिसका किया सब कुछ होई। हुक्म पछाड़ सोए को जाने, बंदा कहिए सोई, बंदा कहिए सोई। अल्लाह लिख न जाई लखया, गुर गुड़ दीना मीठा, गुर गुड़ दीना मीठा। कहे कबीर मेरी संगा नासी, सर्व निरंजन दीठा, सर्व निरंजन दीठा। कुदरत के सब बंदे, 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 कुदरत के सब बंदे। वाहिगुरु जी का खालसा, वाहिगुरु जी की फतेह। वाहिगुरु जी का खालसा वाहिगुरु जी की फतेह। हाँ जी, अमरिंदर सिंह जी ने बहुत ही प्यारा शब्द गायन किया है जी। बहुत ही खुशी हुई इन्हों का सब शब्द सुन के। अवल अल्लाह नूर पाया कुदरत के सब बंदे, एक नूर ते सब जग उपजिया कौन भले को मंदे। ਅਸੀਂ ਸਾਰੇ ਇੱਕੋ ਹੀ ਰੱਬ ਦੇ ਬਣਾਏ ਹੋਏ ਮਨੁੱਖਾਂ, ਜੀਵ ਜੰਤੂ ਸਭ ਉਹਨਾਂ ਦੇ ਹੀ ਉਸਾਰੇ ਹੋਏ ਨੇ। ਸੋ ਆਪਾਂ ਇੱਕ ਦੂਜੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਰੱਬ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ, ਉਹਨਾਂ ਦੀ ਰਹਿਮਤ ਵਿੱਚ ਰਹਿਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਅਮਰਿੰਦਰ ਸਿੰਘ ਜੀ ਦਾ। ਹੁਣ ਆਪਾਂ ਅੱਗੇ ਵਧਦੇ ਹਾਂ ਜੀ ਕੈਂਪ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਟੌਪਿਕ ਹੈ ਟਾਈਮ ਮੈਨੇਜਮੈਂਟ। ਸੋ ਵੀਰ ਜੀ ਆਪ ਸ਼ੁਰੂ ਕਰ ਸਕਦੇ ਹੋ ਜੀ। ਟਾਈਮ ਮੈਨੇਜਮੈਂਟ ਤੇ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਕਿ ਟਾਈਮ ਮੈਨੇਜਮੈਂਟ ਦੇ ਵਿੱਚ ਸਾਡੀ ਲਾਈਫ ਦੇ ਵਿੱਚ ਟਾਈਮ ਮੈਨੇਜਮੈਂਟ ਦਾ ਕੀ ਰੋਲ ਹੈ। ਜਿਸ ਤਰ੍ਹਾਂ ਸਕੂਲ ਤੇ ਸਾਰੇ ਬੰਦ ਹਨ, ਕਿਸ ਤਰ੍ਹਾਂ ਆਪਾਂ ਜਿਹੜਾ ਟਾਈਮ ਹੈ ਆਪਾਂ ਇਫੈਕਟਿਵ ਢੰਗ ਦੇ ਨਾਲ ਆਪਾਂ ਜਿਹੜਾ ਆਪਣੇ ਟਾਈਮ ਦਾ ਜਿਹੜਾ ਯੂਜ਼ ਕਰ ਸਕਦੇ ਹਾਂ। ਸੋ ਟਾਈਮ ਮੈਨੇਜਮੈਂਟ ਇੱਕ ਅਜਿਹੀ ਚੀਜ਼ ਹੈ ਜਿਸ ਦਾ ਸਾਡੀ ਲਾਈਫ ਦੇ ਵਿੱਚ ਬੜਾ ਹੀ ਵੱਡਾ ਜਿਹੜਾ ਹੈ ਰੋਲ ਅਸੀਂ ਕਹਿ ਸਕਦੇ ਹਾਂ। ਕੋਈ ਵੀ ਕੰਪੀਟੀਟਿਵ ਐਗਜ਼ਾਮ ਹੋਵੇ, ਚਾਹੇ ਤੁਸੀਂ ਬੋਰਡਸ ਦੀ ਗੱਲ ਕਰ ਲਓ, ਚਾਹੇ ਕੰਪੀਟੀਟਿਵ ਐਗਜ਼ਾਮਸ ਦੀ ਗੱਲ ਕਰ ਲਓ, ਜਿਵੇਂ UPSC PCS ਇਸ ਤਰ੍ਹਾਂ ਦੇ ਬਹੁਤ ਸਾਰੇ ਐਗਜ਼ਾਮ ਹਨ ਤੇ ਉਹਨਾਂ ਦੇ ਵਿੱਚ ਟਾਈਮ ਮੈਨੇਜਮੈਂਟ ਜਿਹੜੀ ਹੈ, ਚਾਹੇ ਸਾਡੇ ਬੋਰਡਸ ਹੋਣ, ਉਹਨਾਂ ਦੇ ਵਿੱਚ ਜਿਹੜੀ ਟਾਈਮ ਮੈਨੇਜਮੈਂਟ ਹੈ ਉਹ ਜਿਹੜਾ ਹੈ ਬੜਾ ਹੀ ਇੱਕ ਪਿਲਰ ਦੇ ਤਰ੍ਹਾਂ ਕੰਮ ਕਰਦੀ ਹੈ। ਜੇ ਅਸੀਂ ਕੋਈ ਕਿਸੇ ਵੀ ਫੀਲਡ ਦੇ ਵਿੱਚ ਅਸੀਂ ਸਕਸੈਸ ਚਾਹੁੰਦੇ ਹਾਂ ਤੇ ਸਾਨੂੰ ਇਹ ਆਉਣਾ ਚਾਹੀਦਾ ਹੈ, ਇੱਕ ਅਜਿਹੀ ਕੁਆਲਿਟੀ ਜਿਹੜੀ ਸਾਨੂੰ ਆਉਣੀ ਚਾਹੀਦੀ ਹੈ ਕਿ ਅਸੀਂ ਆਪਣੇ ਟਾਈਮ ਨੂੰ ਕਿਸ ਤਰ੍ਹਾਂ ਇਫੈਕਟਿਵਲੀ ਮੈਨੇਜ ਕਰ ਸਕਦੇ ਹਾਂ, ਕਿਸ ਤਰ੍ਹਾਂ ਆਪਾਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹ ਕਈ ਆਪਣਾ ਬਹੁਤ ਸਾਰੀਆਂ ਐਕਟੀਵਿਟੀਆਂ ਕਰ ਸਕਦੇ ਹਾਂ ਤਾਂ ਜੋ ਅਸੀਂ ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਉਹ ਅੱਗੇ ਵਧ ਸਕੀਏ। ਸੋ ਨੈਕਸਟ ਹੈ ਜੀ, ਮੈਂ ਕੋਟ ਤੋਂ ਸ਼ੁਰੂ ਕਰਨਾ ਚਾਹਾਂਗਾ। A lost of inch of gold may be found, but a lost of inch of time never। ਇੱਥੇ ਹੈ ਜੀ, ਜੇ ਅਸੀਂ ਇੱਕ ਗੋਲਡ, ਜੇ ਅਸੀਂ ਸੋਨੇ ਦਾ ਇੱਕ ਛੋਟਾ ਜਿਹਾ ਇੰਚ ਵੀ ਅਸੀਂ ਜੇ ਖੋ ਦਈਏ ਤੇ ਹੋ ਸਕਦਾ ਕਿ ਉਹ ਸਾਨੂੰ ਲੱਭ ਜੇ, ਪਰ ਜੇ ਅਸੀਂ ਟਾਈਮ ਦਾ ਇੱਕ ਇੰਚ ਜਿੰਨੀ ਚੀਜ਼ ਵੀ ਅਸੀਂ ਜੇ ਟਾਈਮ ਦੀ ਆਪਾਂ ਖੋ ਦਿੰਦੇ ਹਾਂ
तो साडे कोल कदी भी जिहड़ी है वो वापस नहीं आउंदी। जे असीं गल कर लईए जे साडे कोल असीं चाहिए जे साडे कोल जिहड़ा असीं पिछले सਮਾं मान लो 1 सैकंड भी जिहड़ा लंघ गया है असीं उसनूं भी अपनी जिहड़ी लाइफ दे विच जिहड़ा है वो वापस नहीं लिया सके। ये टाइम इन्ना ये सानू सोने तो भी ज़्यादा साडा ये टाइम जिहड़ा है ये प्रीशियस की तरह ये काम करदा है जी। सो नैक्सट है जी इंट्रोडक्शन। सो हुण असीं इस स्लाइड ते देखांगे कि टाइम मैनेजमेंट की है ते असीं किस तरह अपने आप नूं जिहड़ियां चीज़ां किस चीज़ दे नाल किस एक्टिविटी दे सानू किस एक्टिविटी के दौरान किस टाइम दे सानू वो एक्टिविटी नूं लोड करना चाहिए, टाइम जिहड़ा है वो लोड करना चाहिए है। सो है जी टाइम मैनेजमेंट इज ए प्रोसेस ऑफ ऑर्गेनाइजिंग एंड प्लानिंग टू डिवाइड टाइम बिटवीन पर्टिकुलर एक्टिविटीज स्पेशली टू इनक्रीज इफेक्टिवनेस एंड प्रोडक्टिविटी। सो टाइम मैनेजमेंट एक अजिहा वे है, एक अजिहा प्रोसैस है कि असीं अपने टाइम नूं ऑर्गेनाइज करना, उसनूं प्रबंधित करना जां उसनूं योजनाबंद करना कि किस तरह आपां जिहड़ी है जिहड़ी सानूं एक्टिविटी जिहड़ी असीं टास्क कर रहे हैं, जो भी असीं काम कर रहे हैं, किस तरह आपां ਉਹ ਜਿਹੜਾ टाइम है वो एक्टिविटियां दे विच जिहड़ा असीं ਉਹ ਵੰਡ ਸਕੀਏ ਤਾਂ ਜੋ ਸਾਡੀ ਜਿਹੜੀ ਹੈ ਉਸ ਕੰਮ ਨੂੰ ਕਰਨ ਦੇ ਪ੍ਰਤੀ ਜਿਹੜੀ ਸਾਡੀ ਲਗਨ ਹੈ, ਸਾਡੀ ਇਫੈਕਟਿਵਨੈਸ ਹੈ ਉਹ ਵੱਧ ਸਕੇ ਤੇ ਨਾਲ ਅਸੀਂ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਕੰਮ ਹੈ ਉਹ ਥੋੜੇ ਸਮੇਂ ਦੇ ਵਿੱਚ ਹੀ ਕਰ ਸਕੀਏ। ਨੈਕਸਟ ਹੈ ਜੀ ਮੈਨੇਜ ਟਾਈਮ in such a way so that right time allocated to right activity। ਸਾਨੂੰ ਆਪਣੇ ਟਾਈਮ ਨੂੰ ਇਸ ਤਰ੍ਹਾਂ ਮੈਨੇਜ ਕਰਨਾ ਚਾਹੀਦਾ ਹੈ ਕਿ ਜਿਹੜਾ ਸਾਡਾ ਸਹੀ ਸਮਾਂ ਜਿਹੜਾ ਹੈ ਉਹ ਸਹੀ एक्टिविटी ਦੇ ਵੱਲ ਜਿਹੜਾ ਹੈ ਲੱਗ ਸਕੇ। ਹੁਣ ਸਪੋਜ਼ ਕਰੋ ਜੇ ਤੁਹਾਡਾ ਕੱਲ ਮੰਨ ਲਓ ਐਗਜ਼ਾਮ ਹੈ ਤੇ ਅਸੀਂ ਜਿਹੜਾ ਆਪਣਾ ਜਿਹੜਾ ਟਾਈਮ ਹੈ ਉਹ ਅਸੀਂ ਮੋਬਾਈਲ ਤੇ ਵੇਸਟ ਕਰ ਲਾਂਗੇ ਤਾਂ ਉਹ ਜਿਹੜਾ ਮੈਨੇਜਮੈਂਟ ਜਿਹੜੀ ਟਾਈਮ ਦੀ ਹੈ ਉਹ ਸਹੀ ਨਹੀਂ ਹੋਏਗੀ। ਸੋ ਜੇ ਅਸੀਂ ਗੱਲ ਕਰੀਏ ਤਾਂ ਉਹ ਵਾਲਾ ਸਮਾਂ ਸਾਨੂੰ ਸਗੋਂ ਪੜ੍ਹਾਈ ਤੇ ਲਾਉਣਾ ਚਾਹੀਦਾ ਹੈ। ਤਾਂ ਸੋ ਇਹੀ ਮਤਲਬ ਹੈ ਜੀ ਇਸ ਲਾਈਨ ਦਾ ਕਿ ਸਾਨੂੰ ਜਿਹੜਾ ਰਾਈਟ ਟਾਈਮ ਹੈ ਉਹ ਰਾਈਟ ਐਕਟੀਵਿਟੀ ਦੇ ਵੱਲ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਜੀ। ਨੈਕਸਟ ਸਾਡੇ ਕੋਲ ਹੈ ਜੀ ਗੁਰਬਾਣੀ ਦਾ ਫਰਮਾਨ ਹੈ ਜੀ ਕਿ ਸਾਨੂੰ ਗੁਰਬਾਣੀ ਕੀ ਸਮਝਾਉਂਦੀ ਹੈ ਟਾਈਮ ਦੇ ਦੌਰਾਨ, ਟਾਈਮ ਦੇ ਉੱਤੇ ਗੁਰਬਾਣੀ ਦਾ ਕੀ ਪੁਆਇੰਟ ਆਫ ਵਿਊ ਹੈ ਅਸੀਂ ਉਹ ਦੇਖਾਂਗੇ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਇਸ ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਦੱਸਦੇ ਹਨ ਕਿ ਜਿੰਨੀ ਵੀ ਸ੍ਰਿਸ਼ਟੀ ਹੈ ਪ੍ਰਮਾਤਮਾ ਨੇ ਜਿਹੜੀ ਹੈ ਪੈਦਾ ਕੀਤੀ ਹੋਈ ਹੈ ਹਰੇਕ ਇਸ ਕੋਨੇ ਦੇ ਇੱਕ ਕੋਨੇ ਦੇ ਵਿੱਚ ਵੀ ਛੋਟੇ ਜਿਹੇ ਕੋਨੇ ਦੇ ਵਿੱਚ ਇੱਕ ਕਣ ਦੇ ਵਿੱਚ ਵੀ ਉਹ ਪਰਮਾਤਮਾ ਜਿਹੜਾ ਹੈ ਉਹ ਵਸਦਾ ਹੈ। ਜਿਹਨੇ ਇਸ ਧਰਤੀ ਜਿਹੜੀ ਸਿਰਜਣਾ ਕੀਤੀ ਹੋਈ ਹੈ ਉਹ ਕਣ ਵਿੱਚ ਉਹ ਜਿਹੜਾ ਪਰਮਾਤਮਾ ਹੈ ਉਹ ਆਪ ਵਰਤ ਰਿਹਾ ਹੈ। ਅੱਗੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਦੇ ਹਨ ਵਕਤ ਵਿਚਾਰੇ ਸੋ ਬੰਦਾ ਹੋਏ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਥੇ ਜੋ ਮਨੁੱਖ ਜਿਹੜਾ ਹੈ ਉਹ ਆਪਣੇ ਸਮੇਂ ਨੂੰ ਜਿਹੜਾ ਵਿਚਾਰਦਾ ਹੈ, ਭਾਵ ਕਿ ਉਹ ਜਦ ਉਹ ਸਮਝ ਜਾਂਦਾ ਹੈ ਕਿ ਉਸਨੂੰ ਇਹ ਜਿਹੜੀ ਦੇਹ ਮਿਲੀ ਹੈ, ਇਹ ਜਿਹੜਾ ਸਰੀਰ ਮਿਲਿਆ ਹੈ ਇਸ ਧਰਤੀ ਤੇ, ਇਸ ਸਰੀਰ ਦੇ ਆਉਣ ਦਾ ਕੀ ਮਨੋਰਥ ਸੀ ਤੇ ਉਹਦਾ ਸਰੀਰ ਇਸ ਧਰਤੀ ਤੇ ਕਾਹਦੇ ਲਈ ਆਇਆ ਹੈ ਤੇ ਜਦ ਮਨੁੱਖ ਨੂੰ ਇਹ ਸਮਝ ਲੱਗ ਜਾਂਦੀ ਹੈ ਕਿ ਮੇਰਾ ਇਸ ਸਰੀਰ ਜਿਹੜਾ ਹੈ ਧਰਤੀ ਤੇ ਕਿਉਂ ਆਇਆ, ਤੇ ਫਿਰ ਸਾਡੇ ਅੰਦਰ ਆਪਣੇ ਆਪ ਹੀ ਉਹ ਫੁਰਨੇ ਉੱਠਣਗੇ ਕਿ ਮੈਂ ਇਸ ਧਰਤੀ ਤੇ ਕੀ ਕੰਮ ਕਰਨ ਲਈ ਆਇਆ ਸਾਂ ਤੇ ਮੈਂ ਕਰ ਕੀ ਰਿਹਾ। ਫਿਰ ਅਸੀਂ ਉਹ ਜਿਹੜਾ ਸਮਾਂ ਹੈ ਅਸੀਂ ਸੋਚਾਂਗੇ, ਫਿਰ ਸਾਡੇ ਅੰਦਰ ਇਹ ਫੁਰਨੇ ਪੈਦਾ ਹੋਣਗੇ ਕਿ ਮੈਨੂੰ ਵੀ ਕੁਝ ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਉਹ ਵੱਡਾ ਕੁਝ ਕਰਨਾ ਚਾਹੀਦਾ ਹੈ, ਸਾਨੂੰ ਵੀ ਕੁਝ ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ। ਫਿਰ ਜਦ ਸਾਡੇ ਅੰਦਰ ਇਹ ਜਿਹੜਾ ਹੈ ਇਹ ਥੋਟ ਸਾਡੇ ਅੰਦਰ ਜਦ ਇਹ ਆ ਗਿਆ ਤਾਂ ਸਾਨੂੰ ਕੋਈ ਵੀ ਜਿਹੜਾ ਹੈ ਕੋਈ ਵੀ ਕੰਮ ਜਾਂ ਕੋਈ ਵੀ ਚੀਜ਼ ਨੂੰ ਅਚੀਵ ਕਰਨ ਦੇ ਵਿੱਚ ਜਿਹੜਾ ਸਾਨੂੰ ਕੋਈ ਵੀ ਜਿਹੜੀ ਹੈ ਉਹ ਰੁਕਾਵਟ ਨਹੀਂ ਪਾ ਸਕਦਾ, ਰੁਕਾਵਟ ਨਹੀਂ ਬਣ ਸਕਦਾ। ਸੋ ਨੈਕਸਟ ਹੈ ਜੀ ਭਾਈ ਵੀਰ ਸਿੰਘ ਜੀ ਔਨ ਟਾਈਮ। ਭਾਈ ਵੀਰ ਸਿੰਘ ਜੀ ਦਾ ਅਸੀਂ ਪੁਆਇੰਟ ਆਫ ਵਿਊ ਦੇਖਾਂਗੇ ਕਿ ਭਾਈ ਵੀਰ ਸਿੰਘ ਜੀ ਸਾਨੂੰ ਟਾਈਮ ਦੇ ਬਾਰੇ ਕੀ ਦੱਸ ਰਹੇ ਨੇ। ਭਾਈ ਵੀਰ ਸਿੰਘ ਜੀ ਨੇ ਕਵਿਤਾ ਲਿਖੀ ਸੀ ਜੋ ਹੈ ਜੀ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ। ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਮੈਂ ਸਮੇਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਸਨੇ ਮੇਰੀ ਜਿਹੜੀ ਹੈ ਇੱਕ ਵੀ ਗੱਲ ਨਾ ਮੰਨੀ। ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਮੈਂ ਉਸਨੂੰ ਬੜਾ ਹੀ ਫੜ ਕੇ ਆਪਣੇ ਵੱਲ ਖਿੱਚਿਆ ਪਰ ਉਸਨੇ ਆਪਣਾ ਪੱਲਾ ਜਿਹੜਾ ਛੁਡਾ ਕੇ ਮੇਰੇ ਤੋਂ ਜਿਹੜਾ ਮੇਰੇ ਹੱਥੋਂ ਜਿਹੜਾ ਉਹ ਖਿਸਕ ਗਈ। ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ। ਇੱਥੇ ਕਹਿੰਦੇ ਹਨ ਕਿ ਮੈਂ ਜਿੰਨੀਆਂ ਵੀ ਰੋਕਾਂ ਉਸਦੇ ਰਾਹ ਦੇ ਵਿੱਚ ਪਾਈਆਂ ਉਸਨੇ ਉਹ ਸਾਰੀਆਂ ਤੋੜ ਭੰਨ ਕੇ ਉਹ ਜਿਹੜੀ ਹੈ ਉਹ ਅੱਗੇ ਹੀ ਅੱਗੇ ਜਿਹੜਾ ਹੈ ਸਮਾਂ ਵੱਧਦਾ ਗਿਆ, ਮੇਰੇ ਹੱਥ ਨਹੀਂ ਆ ਸਕਿਆ। ਤਿੱਖੇ ਆਪਣੇ ਵੇਗ ਗਿਆ ਟੱਪ ਬੰਨੀ। ਉਹ ਆਪਣੀ ਤੇਜ਼ ਚਾਲ ਦੇ ਵਿੱਚ ਜਿਹੜਾ ਹੈ ਉਹ ਚੱਲਦਾ ਹੀ ਗਿਆ, ਅੱਗੇ ਵੱਧਦਾ ਗਿਆ। ਹੋ ਅਜੇ
ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ। ਸੋ ਭਾਈ ਵੀਰ ਸਿੰਘ ਜੀ ਸਾਨੂੰ ਕਹਿੰਦੇ ਹਨ ਕਿ ਉਹ ਭਲਿਓ ਅਜੇ ਵੀ ਆਪਣੇ ਜਿਹੜੇ ਸਮੇਂ ਨੂੰ ਹੈ ਉਹ ਸੰਭਾਲ ਲਓ, ਇਸ ਨੂੰ ਇਸ ਦੀ ਜਿਹੜੀ ਚਾਬੀ ਹੈ ਇਹ ਤੁਹਾਡੇ ਹੱਥ ਦੇ ਵਿੱਚ ਹੈ ਕਿ ਤੁਸੀਂ ਕਿਸ ਪਾਸੇ ਇਸ ਨੂੰ ਲੈ ਕੇ ਜਾ ਸਕਦੇ ਹੋ। ਕਰ ਸਫਲ ਉਡੰਦਾ ਜਾਮਦਾ। ਸਾਨੂੰ ਇਸ ਸਮੇਂ ਨੂੰ ਕਿਸੇ ਚੰਗੇ ਕੰਮ ਵਿੱਚ ਚੰਗੇ ਕੰਮ ਨੂੰ ਸਮੇਂ ਨੂੰ ਕਿਸੇ ਚੰਗੇ ਕੰਮ ਦੇ ਪਾਸੇ ਲਾ ਕੇ ਸਾਨੂੰ ਇਸ ਨੂੰ ਸਫਲ ਕਰਨਾ ਚਾਹੀਦਾ ਹੈ, ਤਾਂ ਜੋ ਸਾਨੂੰ ਇਹ ਸਮਾਂ ਮਿਲਿਆ ਹੈ ਅਸੀਂ ਇਸ ਦਾ ਕੁਝ ਲਾਹਾ ਲੈ ਸਕੀਏ, ਤਾਂ ਜੋ ਸਾਡੇ ਇਸ ਧਰਤੀ ਤੇ ਮਨੁੱਖਾ ਦੇਹੀ ਜਿਹੜੀ ਸਾਨੂੰ ਮਿਲੀ ਹੈ ਅਸੀਂ ਆਪਣਾ ਇਸ ਧਰਤੀ ਤੇ ਆ ਜਿਹੜਾ ਹੈ ਸਫਲ ਕਰ ਸਕੀਏ ਉਸ ਪਰਮਾਤਮਾ ਦੇ ਨਾਲ ਜੁੜ ਕੇ ਜਾਂ ਹੋਰ ਵੀ ਵੱਡੇ ਵੱਡੇ ਕੰਮ ਕਰਕੇ। ਸੋ ਅੱਗੇ ਹੈ ਜੀ, ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ। ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਜਿਹੜਾ ਸਮਾਂ ਹੈ ਇਹ ਕਦੇ ਵੀ ਜਿਹੜੀ ਹੈ ਉਹ ਰੁਕਣ ਦੀ ਜਿਹੜੀ ਹੈ ਉਹ ਜਾਚ ਨਹੀਂ ਇਸ ਨੂੰ, ਇਹ ਹਮੇਸ਼ਾ ਹੀ ਜਿਹੜਾ ਹੈ ਅੱਗੇ ਵੱਧਦਾ ਹੀ ਜਾਂਦਾ ਹੈ, ਵੱਧਦਾ ਹੀ ਜਾਂਦਾ ਹੈ। ਇਹ ਸੋ ਸਾਨੂੰ ਇਹ ਸਮਝਣਾ ਚਾਹੀਦਾ ਕਿ ਇਹ ਸਾਨੂੰ ਆਪਣੇ ਸਮੇਂ ਨੂੰ ਆਪ ਹੀ ਜਿਹੜਾ ਹੈ ਫੜ ਕੇ ਰੱਖਣਾ ਚਾਹੀਦਾ ਹੈ ਕਿ ਇੱਕ ਮੈਂ ਗੱਲ ਪੜ੍ਹੀ ਸੀਗੀ ਕਿਤੇ ਜੀ, ਉੱਥੇ ਲਿਖਿਆ ਸੀਗਾ ਕਿ ਜੇ ਅਸੀਂ ਸਮੇਂ ਨੂੰ ਆਪਣੀ ਪਕੜ ਦੇ ਵਿੱਚ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਆਪ ਸਮੇਂ ਦੀ ਪਕੜ ਦੇ ਵਿੱਚ ਰਹਿਣਾ ਪਵੇਗਾ, ਭਾਵ ਕਿ ਸਾਨੂੰ ਪਹਿਲਾਂ ਆਪ ਸਮੇਂ ਨੂੰ ਜਿਹੜਾ ਜਾਂਚਣਾ ਪਵੇਗਾ ਕਿ ਮੈਂ ਕਿਸ ਚੀਜ਼ ਨੂੰ ਇਸ ਸਮੇਂ ਦੇ ਵਿੱਚ ਕਰ ਸਕਦਾ, ਕਿਸ ਤਰ੍ਹਾਂ ਮੈਂ ਆਪਣੇ ਇਸ ਸਮੇਂ ਨੂੰ ਜਿਹੜਾ ਹੈ ਉਹ ਸਫਲਾ ਬਣਾ ਸਕਦਾ ਹਾਂ ਜੀ। ਸੋ ਸਾਨੂੰ ਇਸ ਕਵਿਤਾ ਤੋਂ ਇਹੀ ਸਮਝਣ ਦੀ ਲੋੜ ਹੈ ਕਿ ਜਿਹੜਾ ਸਮਾਂ ਹੈ ਉਹ ਇੱਕ ਵਾਰ ਜੋ ਲੰਘ ਗਿਆ ਸੋ ਸਾਡੇ ਹੱਥ ਉਹ ਮੁੜ ਕੇ ਨਹੀਂ ਆਉਣਾ। ਸੋ ਸਾਨੂੰ ਇਸ ਸਮੇਂ ਨੂੰ ਜਿਹੜਾ ਹੈ ਉਹ ਕਿਸੇ ਚੰਗੇ ਪਾਸੇ ਲਾ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਸੋ ਨੈਕਸਟ ਹੈ ਜੀ, ਬੈਨੀਫਿਟਸ ਆਫ ਇਫੈਕਟਿਵ ਟਾਈਮ ਮੈਨੇਜਮੈਂਟ। ਹੁਣ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਮੰਨ ਲਓ ਅਸੀਂ ਬਹੁਤ ਵਧੀਆ ਜੇ ਟਾਈਮ ਮੈਨੇਜਮੈਂਟ ਕਰ ਲਈ ਹਨਾ, ਸਾਨੂੰ ਕੀ ਉਸਦੇ ਜਿਹੜੇ ਆ ਸਾਨੂੰ ਬੈਨੀਫਿਟਸ ਹੋਣਗੇ, ਸਾਨੂੰ ਕੀ ਉਸਦੀਆਂ ਜਿਹੜੀਆਂ ਬੈਨੀਫਿਟਸ ਸਾਨੂੰ ਮਿਲਣਗੇ ਜਦ ਅਸੀਂ ਆਪਣੇ ਸਮੇਂ ਨੂੰ ਜਿਹੜਾ ਹੈ ਉਹ ਚੰਗੀ ਤਰ੍ਹਾਂ ਨਾਲ ਯੋਜਨਾਬੰਦ ਕਰ ਲਿਆ। ਪਹਿਲਾ ਹੈ ਜੀ ਸਟ੍ਰੈਸ ਰਿਲੀਫ। ਸਾਨੂੰ ਜਿਹੜਾ ਹੈ ਸਾਡੀ ਜਿਹੜੀ ਐਂਜ਼ਾਈਟੀ ਹੈ, ਸਾਡੀ ਜਿਹੜੀ ਚਿੰਤਾ ਹੈ, ਅਸੀਂ ਚਿੰਤਾ ਮੁਕਤ ਹੋ ਜਾਾਂਗੇ ਜਦ ਅਸੀਂ ਆਪਣੇ ਟਾਈਮ ਨੂੰ ਜਿਹੜਾ ਹੈ ਉਹ ਇੱਕ ਸਕੈਡਿਊਲ ਕਰ ਲਿਆ, ਅਸੀਂ ਆਪਣੇ ਟਾਈਮ ਨੂੰ ਇੱਕ ਯੋਜਨਾਬੰਦ ਤਰੀਕੇ ਨਾਲ ਆਪਣੇ ਰੱਖ ਲਿਆ ਕਿ ਮੈਂ ਇਸ ਸਮੇਂ ਤੇ ਇਹ ਐਕਟੀਵਿਟੀ ਕਰਨੀ ਹੈ, ਮੈਂ ਇਸ ਸਮੇਂ ਤੇ ਇਹ ਕੰਮ ਕਰਨਾ ਹੈ, ਮੈਂ ਇਹ ਟਾਈਮ ਇਹ ਸਬਜੈਕਟ ਨੂੰ ਦੇਣਾ ਹੈ, ਇਹ ਟਾਈਮ ਮੈਂ ਖੇਡਣਾ ਹੈ। ਤੇ ਇਸ ਨਾਲ ਜਿਹੜੀ ਹੈ ਚਿੰਤਾ ਹੈ, ਸਾਡੀ ਜਿਹੜੀ ਐਂਜ਼ਾਈਟੀ ਹੈ ਉਹ ਵੀ ਘਟੇਗੀ। ਤੇ ਨੈਕਸਟ ਹੈ ਜੀ ਸਾਡੇ ਕੋਲ ਮੋਰ ਟਾਈਮ। ਸੋ ਜਦ ਅਸੀਂ ਚੰਗੀ ਟਾਈਮ ਆਪਣਾ ਜਿਹੜਾ ਅਲੋਟ ਕਰ ਲਾਂਗੇ ਕਿਸੇ ਹਰੇਕ ਐਕਟੀਵਿਟੀ ਦੇ ਵਾਸਤੇ, ਤਾਂ ਸਾਨੂੰ ਜਿਹੜਾ ਹੈ ਵੱਧ ਤੋਂ ਵੱਧ ਟਾਈਮ ਸਾਨੂੰ ਜਿਹੜਾ ਹੈ ਮਿਲੇਗਾ, ਤਾਂ ਜੋ ਤੇ ਅਸੀਂ ਉਸ ਟਾਈਮ ਦੇ ਵਿੱਚ ਜਿਹੜਾ ਹੈ ਆਪਣੀ ਜਿਹੜੀ ਹੈ ਹੋਬੀਜ਼ ਨੂੰ, ਆਪਣੇ ਜਿਹੜੇ ਪਰਸਨਲ ਪਰਸਿਊਜ਼ ਜੋ ਵੀ ਅਸੀਂ ਕਰਨਾ ਚਾਹੁੰਦੇ ਹਾਂ ਆਪਣੀ ਲਾਈਫ ਦੇ ਵਿੱਚ, ਸਾਡੇ ਇੰਟਰਸਟ ਜੋ ਵੀ ਸਾਡੇ ਇੰਟਰਸਟ ਹੋਣਗੇ ਅਸੀਂ ਉਹਨਾਂ ਨੂੰ ਵੀ ਜਿਹੜਾ ਆਪਣਾ ਇਹ ਸਮਾਂ ਦੇ ਸਕਦੇ ਹਾਂ। ਅਸੀਂ ਆਪਣੀ ਫੈਮਿਲੀ ਦੇ ਨਾਲ ਕੁਆਲਿਟੀ ਟਾਈਮ ਵੀ ਸਪੈਂਡ ਕਰ ਸਕਦੇ ਹਾਂ। ਸੋ ਜਦ ਅਸੀਂ ਇਹ ਤਾਂ ਹੀ ਪੋਸੀਬਲ ਹੋਵੇਗਾ ਜੇ ਅਸੀਂ ਸਮੇਂ ਨੂੰ ਜਿਹੜਾ ਅੱਛੀ ਤਰ੍ਹਾਂ ਦੇ ਨਾਲ ਜਿਹੜਾ ਹੈ ਮੈਨੇਜ ਕਰਾਂਗੇ। ਸੋ ਨੈਕਸਟ ਹੈ ਜੀ ਸਾਡੇ ਕੋਲ ਮੋਰ ਓਪਰਚੁਨਿਟੀਜ਼। ਜਦ ਅਸੀਂ ਆਪਣੇ ਸਮੇਂ ਨੂੰ ਚੰਗੇ ਢੰਗ ਦੇ ਨਾਲ ਮੈਨੇਜ ਕੀਤਾ, ਸਾਨੂੰ ਵੱਧ ਤੋਂ ਵੱਧ ਜਿਹੜੀਆਂ ਐਕਟੀਵਿਟੀਜ਼ ਸਾਨੂੰ ਓਪਰਚੁਨਿਟੀਜ਼ ਮਿਲਣਗੀਆਂ, ਤਾਂ ਜੋ ਅਸੀਂ ਜਿਸ ਤਰ੍ਹਾਂ ਹੁਣ ਅਸੀਂ ਗੱਲ ਕਰੀਏ ਤਾਂ ਇਹ ਵੀ ਇੱਕ ਸਾਡੇ ਸਾਰਿਆਂ ਵਾਸਤੇ ਓਪਰਚੁਨਿਟੀ ਹੈ ਕਿ ਸਾਨੂੰ ਇਹ ਕੈਂਪ ਲਾਉਣ ਨੂੰ ਮਿਲ ਰਿਹਾ, ਤੇ ਅਸੀਂ ਕਿੰਨਾ ਕੁਝ ਇਸ ਕੈਂਪ ਤੋਂ ਜਿਹੜਾ ਹੈ ਹਰ ਰੋਜ਼ ਹੀ ਅਸੀਂ ਸਿੱਖ ਰਹੇ ਹਾਂ, ਅਸੀਂ ਆਪਣੀ ਗਿਆਨ ਗੋਲਕਾਂ ਭਰ ਰਹੇ ਹਾਂ। ਅਸੀਂ ਨਿਰੀਆਂ ਭਰੀਆਂ ਉਹ ਗਿਆਨ ਗੋਲਕਾਂ ਭਰਨੀਆਂ ਹੀ ਨਹੀਂ, ਸਾਨੂੰ ਸਗੋਂ ਉਸ ਚੀਜ਼ਾਂ ਨੂੰ ਸਾਨੂੰ ਜਿਹੜੀ ਆਪਣੀ ਲਾਈਫ ਦੇ ਉੱਤੇ ਇੰਪਲੀਮੈਂਟ ਵੀ ਕਰਨਾ ਚਾਹੀਦਾ, ਤਾਂ ਜੋ ਸਾਡਾ ਜਿਹੜਾ ਹੈ ਸੈਲਫ ਕੌਨਫੀਡੈਂਸ, ਹੋਰ ਵੀ ਜਿਹੜੀਆਂ ਸਾਡੀਆਂ ਚੀਜ਼ਾਂ ਹੈ ਸਾਡੇ ਅੰਦਰ ਜਿਹੜਾ ਹੈ ਉਹ ਵਿਸ਼ਵਾਸ ਆ ਸਕੇ ਕਿ ਅਸੀਂ ਵੀ ਕੁਝ ਲਾਈਫ ਦੇ ਵਿੱਚ ਜਿਹੜਾ ਹੈ ਉਹ ਕਰ ਸਕਦੇ ਹਾਂ। ਸੋ ਨੈਕਸਟ ਹੈ ਜੀ ਅਬਿਲਿਟੀ ਟੂ ਰਿਅਲਾਈਜ਼ ਗੋਲਸ। ਇਸ ਦੇ ਨਾਲ ਸਾਨੂੰ ਜਦ ਅਸੀਂ ਟਾਈਮ ਮੈਨੇਜਮੈਂਟ ਕਰ ਲਵਾਂਗੇ, ਸਾਨੂੰ ਇਹ ਪਤਾ ਲੱਗੇਗਾ ਕਿ ਅਸੀਂ ਵੀ ਕਿਸੇ ਕੰਮ ਦੇ ਏਬਲ ਹਾਂ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਕੁਝ ਬੈਟਰ ਜਿਹੜਾ ਹੈ ਉਹ ਅਚੀਵ ਕਰ ਸਕਾਂਗੇ। ਟਾਈਮ ਮੈਨੇਜਮੈਂਟ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਟਾਈਮ ਮੈਨੇਜਮੈਂਟ ਦਾ ਇੱਕ ਸਕਸੈਸ ਦੇ ਵਿੱਚ ਸਾਡੇ ਲਈ ਪਿਲਰ ਦਾ ਕੰਮ ਕਰਦਾ ਹੈ ਟਾਈਮ ਮੈਨੇਜਮੈਂਟ, ਕਿ ਜਦ ਅਸੀਂ ਵੀ ਸਕਸੈਸ ਜੇ ਅਸੀਂ ਚਾਹੁੰਦੇ ਹਾਂ ਲਾਈਫ ਦੇ ਵਿੱਚ, ਸਾਨੂੰ ਵੈਲ ਮੈਨੇਜ ਟਾਈਮ ਆਪਣਾ ਜਿਹੜਾ ਹੈ ਉਹ ਰੱਖਣਾ ਚਾਹੀਦਾ ਹੈ। ਨੈਕਸਟ ਹੈ ਜੀ ਬੂਸਟ ਯੂਅਰ ਕੌਨਫੀਡੈਂਸ। ਜਦ ਅਸੀਂ ਆਪਣੇ ਜਿਹੜੇ ਟਾਸਕ ਨੂੰ, ਆਪਣੀ ਕੋਈ ਵੀ ਐਕਟੀਵਿਟੀ ਨੂੰ ਜੇ ਆਪਾਂ ਉਸ ਦਿੱਤੇ ਗਏ ਸਮੇਂ ਦੇ ਅੰਦਰ ਜੇ ਆਪਾਂ ਉਸਨੂੰ ਜਿਹੜਾ ਅਕੰਪਲਿਸ਼ ਕਰਦੇ ਹਾਂ, ਤੇ ਸਾਡੇ ਅੰਦਰ ਜਿਹੜੀ ਆ ਸਾਡਾ ਆਤਮ ਵਿਸ਼ਵਾਸ ਵਧੇਗਾ, ਜੋ ਕਿ ਇੱਕ ਬੜਾ ਹੀ
ਸਾਡੇ ਲਈ ਹੈਲਪਫੁਲ ਹੋਵੇਗਾ ਜੇ ਅਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਵਿੱਚ ਬੈਠਣਾ ਹੈ ਜਾਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਨੂੰ ਅਸੀਂ ਕ੍ਰੈਕ ਕਰਨਾ ਹੈ। ਕਿਉਂਕਿ ਜੇ ਅਸੀਂ ਗੱਲ ਕਰ ਲਈਏ ਤਾਂ ਅੱਜ ਕੱਲ ਇੰਡੀਆ ਦੇ ਵਿੱਚ JEE ਦਾ ਤੁਸੀਂ ਸਾਰਿਆਂ ਨੇ ਨਾਮ ਸੁਣਿਆ ਹੀ ਹੋਵੇਗਾ। ਉਸ ਐਗਜ਼ਾਮ ਦੇ ਵਿੱਚ ਕੰਪੀਟੀਟਿਵ ਐਗਜ਼ਾਮ ਹੈ IIT ਵਾਸਤੇ। ਉਸ ਐਗਜ਼ਾਮ ਦੇ ਵਿੱਚ ਇੱਕ ਅਪਰੋਕਸੀਮੇਟਲੀ 5 to 10 ਲੱਖ ਦੇ ਵਿੱਚ ਜਿਹੜੇ ਆ ਸਟੂਡੈਂਟਸ ਉਹ ਪੀਅਰ ਹੁੰਦੇ ਹਨ। ਤੇ ਸਾਡੇ ਅੰਦਰ ਜਦ ਅਸੀਂ ਆਪਣਾ ਵੈਲ ਟਾਈਮ ਮੈਨੇਜ ਕਰਾਂਗੇ ਤੇ ਸਾਨੂੰ ਆਪਣਾ ਜਿਹੜਾ ਟਾਈਮ ਅਸੀਂ ਜਿਹੜਾ ਸਹੀ ਸਮਾਂ ਆਪਣੇ ਸਟੱਡੀ ਨੂੰ ਦਿੱਤਾ ਹੋਏਗਾ, ਸਾਡੇ ਅੰਦਰ ਇਹ ਵਿਸ਼ਵਾਸ ਆ ਹੀ ਜਾਵੇਗਾ ਕਿ ਮੈਂ ਇਹ ਐਗਜ਼ਾਮ ਨੂੰ ਜਿਹੜਾ ਹੈ ਇਹ ਕ੍ਰੈਕ ਕਰ ਸਕਦਾ। ਸੋ ਇਹ ਸੀਗੇ ਥੋੜੇ ਜਿਹੇ ਬੈਨੀਫਿਟਸ ਇਫੈਕਟਿਵ ਟਾਈਮ ਮੈਨੇਜਮੈਂਟ ਦੇ। ਸੋ ਨੈਕਸਟ ਸਾਡੇ ਕੋਲ ਇੱਕ ਕੋਟ ਹੈ ਜੀ, ਦੀ ਬੈਡ ਨਿਊਜ਼ ਇਜ਼ ਟਾਈਮ ਫਲਾਈਜ਼, ਦੀ ਗੁੱਡ ਨਿਊਜ਼ ਇਜ਼ ਯੂ ਆਰ ਦੀ ਪਾਇਲਟ। ਇਹ ਮਾਈਕਲ ਔਲਸ਼ਲਰ ਦਾ ਇਹ ਕੋਟ ਹੈ ਜੀ। ਇੱਥੇ ਸਾਨੂੰ ਇਹ ਸਮਝਾ ਰਹੇ ਨੇ ਕਿ ਜਿਹੜੀ ਗਲਤ ਨਿਊਜ਼ ਹੈ, ਜਿਹੜੀ ਸਾਡੇ ਵਾਸਤੇ ਵਰਸਟ ਨਿਊਜ਼ ਹੈ, ਉਹ ਹੈ ਕਿ ਟਾਈਮ ਜਿਹੜਾ ਹੈ ਉਹ ਲੰਘਦਾ ਜਾ ਰਿਹਾ, ਸਾਡੇ ਹੱਥੋਂ ਜਿਹੜਾ ਹੈ ਉਹ ਲੰਘਦਾ ਜਾ ਰਿਹਾ ਹੈ। ਪਰ ਇਹ ਜਿਹੜੀ ਇੱਕ ਚੰਗੀ ਨਿਊਜ਼ ਹੈ ਕਿ ਅਸੀਂ ਉਸਦੇ ਪਾਇਲਟ ਹਾਂ। ਹੁਣ ਇਹ ਸਾਡੇ ਹੱਥ ਦੇ ਵਿੱਚ ਹੈ ਕਿ ਅਸੀਂ ਆਪਣੇ ਟਾਈਮ ਨੂੰ ਕਿਸ ਪਾਸੇ ਵੱਲ ਲੈ ਕੇ ਜਾਂਦੇ ਹਾਂ, ਕਿਸ ਤਰ੍ਹਾਂ ਅਸੀਂ ਆਪਣੇ ਟਾਈਮ ਜਿਹੜਾ ਹੈ ਉਸਦਾ ਇਫੈਕਟਿਵ ਯੂਜ਼ ਕਰਦੇ ਹਾਂ, ਕਿਸ ਤਰ੍ਹਾਂ ਆਪਣੀ ਜਿਹੜੀ ਅਸੀਂ ਟਾਈਮ ਦੀ ਵੈਲ ਮੈਨੇਜ ਕਰਕੇ ਹਨਾ ਅਸੀਂ ਆਪਣੀ ਲਾਈਫ ਦੇ ਵਿੱਚ ਕੁਝ ਕਰ ਸਕਦੇ ਹਾਂ। ਸੋ ਨੈਕਸਟ ਹੁਣ ਮੈਂ ਤੁਹਾਨੂੰ ਕੁਝ ਟਿਪਸ ਦਿਆਂਗਾ ਜੋ ਕਿ ਸਾਡੇ ਵਾਸਤੇ ਕਿਸ ਤਰ੍ਹਾਂ ਆਪਾਂ ਆਪਣੀ ਲਾਈਫ ਦੇ ਵਿੱਚ ਟਾਈਮ ਜਿਹੜਾ ਹੈ ਉਹ ਮੈਨੇਜ ਕਰ ਸਕਦੇ ਹਾਂ। ਸੋ ਪਹਿਲੀ ਟਿਪ ਹੈ ਜੀ ਸਾਡੇ ਕੋਲ, ਸੈਟ ਗੋਲ ਕਰੈਕਟਲੀ। ਜਿਹੜਾ ਉਸਦਾ ਇਹ ਗੋਲ ਵਰਡ ਹੈ, ਇਸ ਦਾ ਸਾਡੀ ਲਾਈਫ ਦੇ ਵਿੱਚ ਬੜਾ ਹੀ ਇੰਪੋਰਟੈਂਟ ਰੋਲ ਹੈ ਜੀ। ਕਿਉਂਕਿ ਕਿਸੇ ਨੇ ਬੜਾ ਹੀ ਸੋਹਣਾ ਕਿਹਾ ਕਿ ਜਿਸ ਵੀ ਬੰਦੇ ਦੇ ਕੋਲ ਗੋਲਸ ਹੁੰਦੇ ਹਨ ਉਹ ਉਸਨੂੰ ਆਪਣੇ ਜੀਵਨ ਦਾ ਇੱਕ ਨਿਸ਼ਾਨਾ ਪਤਾ ਲੱਗ ਜਾਂਦਾ ਹੈ ਕਿ ਉਸਨੇ ਪਹੁੰਚਣਾ ਕਿੱਥੇ ਹੈ। ਤੇ ਜਿਸ ਵਿਅਕਤੀ ਦੇ ਕੋਲ ਗੋਲ ਨਹੀਂ ਹੁੰਦੇ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਉਸਦੀ ਸਰੀਰ ਦੇ ਵਿੱਚ ਜਿਹੜੀ ਹੈ ਉਹ ਆਤਮਾ ਨਹੀਂ ਹੁੰਦੀ, ਜਾਂ ਅਸੀਂ ਹੋਰ ਵੀ ਕਹਿ ਸਕਦੇ ਹਾਂ ਕਿ ਇਹ ਸ਼ਿਪ ਵਿਦਆਊਟ ਏ ਕੈਪਟਨ। ਜਿਸ ਤਰ੍ਹਾਂ ਉਹ ਸ਼ਿਪ ਹੈ ਤੇ ਉਸਦੇ ਵਿੱਚ ਕੈਪਟਨ ਨਹੀਂ। ਇਸ ਤਰ੍ਹਾਂ ਜੇ ਸਾਡੀ ਲਾਈਫ ਦੇ ਵਿੱਚ ਗੋਲ ਵੀ ਨਹੀਂ ਤਾਂ ਸਾਡੀ ਲਾਈਫ ਦਾ ਕੋਈ ਵੀ ਜਿਹੜਾ ਹੈ ਉਹ ਐਗਜ਼ਿਸਟੈਂਸ ਜਿਹੜੀ ਹੈ ਉਹ ਨਹੀਂ ਰਹੇਗੀ। ਸੋ ਤਿੰਨ ਗੱਲਾਂ ਜਿਹੜੀਆਂ ਸਾਨੂੰ ਆਪਣੀ ਗੋਲ ਸੈਟਿੰਗ ਦੇ ਵਿੱਚ ਜਦ ਅਸੀਂ ਆਪਣੇ ਗੋਲ ਸੈੱਟ ਕਰਨੇ ਹਨ, ਸਾਨੂੰ ਆਪਣੇ ਤਿੰਨ ਜਿਹੜੇ ਕੁਐਸਚਨ ਹੈ ਉਹ ਸਾਨੂੰ ਆਪਣੇ ਆਪ ਨੂੰ ਪੁੱਛਣੇ ਚਾਹੀਦੇ ਹਨ ਕਿ what do you want to achieve, ਕਿ ਮੈਂ ਕੀ ਅਚੀਵ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦਾ, ਕਿ ਮੈਂ ਆਪਣੀ ਲਾਈਫ ਦੇ ਵਿੱਚ ਅਚੀਵ ਕਰਨਾ ਚਾਹੁੰਦਾ, ਕਿ how you will achieve, ਕਿ ਤੂੰ ਇਹ ਜਿਹੜੀ ਚੀਜ਼ ਹੈ ਕਿਸ ਤਰ੍ਹਾਂ ਅਚੀਵ ਕਰੇਗਾ। ਜੋ ਮੈਂ ਸੋਚਿਆ, ਜੋ ਮੈਂ ਚਾਹੁੰਦਾ ਮੈਂ ਆਪਣੀ ਲਾਈਫ ਦੇ ਵਿੱਚ ਅਚੀਵ ਕਰਨਾ ਹੈ, ਮੈਂ ਉਸਨੂੰ ਕਿਸ ਤਰ੍ਹਾਂ ਅਚੀਵ ਕਰ ਸਕਦਾ। ਫਿਰ ਨੈਕਸਟ ਹੈ ਜੀ ਜਿਹੜਾ ਕੁਐਸਚਨ ਥਰਡ ਹੈ ਜੀ, when you will achieve, ਕਿ ਤੁਸੀਂ ਉਸ ਚੀਜ਼ ਨੂੰ ਕਿਦੋਂ ਅਚੀਵ ਕਰਾਂਗੇ। ਕੋਈ ਡੈਡਲਾਈਨ ਹੋਵੇਗੀ ਕਿ ਮੈਂ ਇਸ ਚੀਜ਼ ਨੂੰ ਇਸ ਉਮਰ ਦੇ ਵਿੱਚ ਜਾਂ ਇਸ ਸਮੇਂ ਦੇ ਵਿੱਚ ਮੈਂ ਜਿਹੜੀ ਹੈ ਇਹ ਚੀਜ਼ ਜਿਹੜੀ ਹੈ ਉਹ ਅਚੀਵ ਕਰ ਲੈਣੀ ਹੈ। ਨੈਕਸਟ ਹੈ ਜੀ ਸਾਡੇ ਕੋਲ ਸਾਡੇ ਜਿਹੜੇ ਗੋਲ ਹੈ ਉਹ ਸਮਾਰਟ ਹੋਣੇ ਚਾਹੀਦੇ ਹਨ। ਸਮਾਰਟ ਮੀਨਸ S stands for specific, M for measurable, A for achievable, R for realistic, T for time bound। ਸਾਡੇ ਜਿਹੜੇ ਇਹ S for specific ਦਾ ਮੀਨਿੰਗ ਹੈ ਜੀ ਸਾਡੇ ਜਿਹੜੇ ਗੋਲਸ ਹੈ ਉਹ ਸਪੈਸੀਫਿਕ ਹੋਣੇ ਚਾਹੀਦੇ ਹਨ। ਤੁਸੀਂ ਸਪੋਜ਼ ਕਰ ਸਕਦੇ ਹੋ ਜੇ ਅਸੀਂ ਚਾਹੁੰਦੇ ਹਾਂ ਕਿ ਮੈਂ ਆਪਣੀ ਕਲਾਸ ਦੇ ਵਿੱਚ ਸਾਰਿਆਂ ਨਾਲੋਂ ਇੱਕ ਜਿਹੜਾ ਹੈ ਬੋਰਡਸ ਐਗਜ਼ਾਮ ਦੇ ਵਿੱਚ ਜਿਹੜਾ ਹੈ ਬੈਟਰ ਸਕੋਰ ਜਿਹੜਾ ਹੈ ਉਹ ਲੈਣਾ ਹੈ, ਤੇ ਇਹ ਸਾਡਾ ਜਿਹੜਾ ਗੋਲ ਹੈ ਸਪੈਸੀਫਿਕ ਨਹੀਂ ਹੋਏਗਾ। ਤੇ ਹੁਣ ਸਵਾਲ ਉੱਠਦਾ ਹੈ ਕਿ ਸਪੈਸੀਫਿਕ ਗੋਲ ਕਿਸ ਤਰ੍ਹਾਂ ਦੇ ਹੁੰਦੇ ਹਨ। ਹੁਣ ਸਪੈਸੀਫਿਕ ਗੋਲ ਅਸੀਂ ਕਹਿ ਸਕਦੇ ਹਾਂ ਕਿ ਮੈਂ ਬੋਰਡ ਐਗਜ਼ਾਮ ਦੇ ਵਿੱਚ ਜਿਹੜੇ ਹੈ ਉਹ 90+ ਸਕੋਰ ਕਰਨੇ ਹਨ, ਇਸ ਨੂੰ ਅਸੀਂ ਜਿਹੜਾ ਕਹਿ ਸਕਦੇ ਸਪੈਸੀਫਿਕ ਗੋਲ ਕਹਿ ਸਕਦੇ ਹਾਂ। ਸੋ ਸਾਡਾ ਇਹ ਮਕਸਦ ਨਹੀਂ ਹੋਣਾ ਚਾਹੀਦਾ ਕਿ ਮੈਂ ਇੱਕ ਬੈਟਰ ਸਕੋਰ ਜਿਹੜਾ ਹੈ ਉਹ ਲੈਣਾ ਹੈ। ਸਾਡਾ ਇਹ ਇੱਕ ਪਾਰਟਿਕੂਲਰ ਅਸੀਂ ਉਸ ਚੀਜ਼ ਨੂੰ ਦੇਣਾ ਹੈ ਕਿ ਮੈਂ ਇਹ ਬੈਟਰ ਸਕੋਰ ਤਾਂ ਕੋਈ ਵੀ ਹੋ ਸਕਦਾ ਹੈ, 80+ ਵੀ ਬੈਟਰ ਸਕੋਰ ਹੈ, 85 ਵੀ ਬੈਟਰ ਸਕੋਰ ਹੈ, 90 ਵੀ ਬੈਟਰ ਸਕੋਰ ਹੈ, ਪਰ ਸਾਨੂੰ ਕੋਈ ਸਪੈਸੀਫਿਕ ਚੀਜ਼ ਦੇਣੀ ਪਏਗੀ ਕਿ ਮੈਂ ਇਹ ਜਿਹੜੀ ਆਪਣੇ ਬੋਰਡ ਐਗਜ਼ਾਮ ਦੇ ਵਿੱਚੋਂ ਜਿਹੜਾ ਹੈ ਉਹ 95+ ਜਿਹੜੀ ਹੈ ਸਕੋਰ ਕਰਨੇ ਆ। ਦੈਟਸ ਅ ਸਪੈਸੀਫਿਕ ਗੋਲ। ਸੋ ਨੈਕਸਟ ਹੈ ਸਾਡੇ ਕੋਲ ਮਿਜ਼ਰੇਬਲ। ਸੋ ਸਾਡੇ ਜਿਹੜੇ ਗੋਲਸ ਹੈ ਮਾਇਰੇਬਲ ਹੋਣੇ ਚਾਹੀਦੇ ਹਨ ਕਿ ਜਿਸ ਤਰ੍ਹਾਂ ਸਪੋਜ਼ ਕਰ ਸਕਦੇ ਹੋ ਤੁਸੀਂ ਕਿ ਮੈਂ ਆਪਣੀ ਪ੍ਰੋਗਰੈਸ ਨੂੰ ਮਾਇਰ ਕਰਨ ਵਾਸਤੇ ਇਸ ਮਾਇਰੇਬਲ ਗੋਲ ਨੂੰ ਆਪਾਂ ਵਰਤ ਸਕਦੇ ਹਾਂ। ਸਪੋਜ਼ ਤੁਸੀਂ ਕਰ ਲਓ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਕੋਈ ਵੀ ਸਬਜੈਕਟ ਦੇ ਤੁਸੀਂ 2 ਜਿਹੜੇ ਹੈ ਚੈਪਟਰ ਉਹ ਕੰਪਲੀਟ ਕਰਨੇ ਹੈ। ਇਸ ਤਰ੍ਹਾਂ ਤਾਂ ਜੋ ਸਾਡੀ ਜਿਹੜੀ ਹੈ ਤੁਹਾਨੂੰ ਜਿਹੜਾ ਆਪਣੀ ਪ੍ਰੋਗਰੈਸ ਸਪੋਰਟ ਦਾ ਪਤਾ ਲੱਗ ਸਕੇ ਕਿ ਮੈਂ ਇਸ ਚੀਜ਼ ਨੂੰ ਜੋ ਮੈਂ ਗੋਲ ਜਿਹੜਾ ਆਪਣਾ ਰੱਖਿਆ ਹੈ ਕਿ ਮੈਂ ਇਸ ਨੂੰ ਅਚੀਵ ਕਰਨ ਦੇ ਯੋਗ ਹਾਂ ਜਾਂ ਨਹੀਂ।
ਸੋ ਨੈਕਸਟ ਹੈ ਸਾਡੇ ਕੋਲ ਅਚੀਵੇਬਲ। ਸਾਡੇ ਜਿਹੜੇ ਜੋ ਅਸੀਂ ਗੋਲਸ ਜਿਹੜੇ ਮਿੱਥੇ ਆ ਉਹ ਸਾਡੇ ਜਿਹੜੇ ਆ ਉਹ ਅਚੀਵੇਬਲ ਹੋਣੇ ਚਾਹੀਦੇ ਹਨ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਲੈ ਲਈਏ ਕਿ ਤੁਸੀਂ ਸਪੋਜ਼ ਕਰੋ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਤੁਸੀਂ ਆਪਣਾ ਗੋਲ ਰੱਖਿਆ ਕਿ ਮੈਂ 5 ਚੈਪਟਰ ਕੰਪਲੀਟ ਕਰਨੇ ਹਨ, ਪਰ ਇਹ ਤਾਂ ਬੜੀ ਅਨਰੀਅਲਿਸਟਿਕ ਜੀ ਗੱਲ ਹੋਈ ਨਾ ਕਿ ਅਸੀਂ ਜਿਹੜੇ ਆ ਉਹ 5 ਚੈਪਟਰ ਜਿਹੜੇ ਆ ਇੱਕ ਹਫ਼ਤੇ ਦੇ ਵਿੱਚ ਜਿਹੜੇ ਅਸੀਂ ਚੰਗੇ ਢੰਗ ਦੇ ਨਾਲ ਅਸੀਂ ਜਿਹੜਾ ਕੰਪਲੀਟ ਨਹੀਂ ਕਰ ਸਕਦੇ। ਜੇ ਆਪਾਂ ਕਰ ਵੀ ਲਵਾਂਗੇ ਤਾਂ ਉਹ ਜਿਹੜੇ ਆ ਆਪਾਂ ਬੜੇ ਹੀ ਜਿਹੜਾ ਪੂਅਰ ਕੁਆਲਿਟੀ ਦੇ ਨਾਲ ਕਰਾਂਗੇ, ਸਾਨੂੰ ਅੱਛੀ ਚੰਗੇ ਢੰਗ ਨਾਲ ਸਾਨੂੰ ਸਾਡੀ ਸਮਝ ਨਹੀਂ ਲੱਗੇਗੀ। ਸੋ ਨੈਕਸਟ ਹੈ ਜੀ ਆਰ ਰੀਅਲਿਸਟਿਕ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਸਕਿਆ ਕਿ ਸਾਡੇ ਜਿਹੜੇ ਗੋਲ ਹੈ ਉਹ ਰੀਅਲਿਸਟਿਕ ਹੋਣੇ ਚਾਹੀਦੇ ਹਨ ਕਿ ਕਿਸ ਤਰ੍ਹਾਂ ਆਪਾਂ ਉਹ ਅਜਿਹੇ ਗੋਲ ਹੋਣੇ ਚਾਹੀਦੇ ਜਿਨ੍ਹਾਂ ਨੂੰ ਅਸੀਂ ਅਚੀਵ ਕਰ ਸਕੀਏ। ਸੋ ਨੈਕਸਟ ਹੈ ਜੀ ਟੀ ਫੋਰ ਟਾਈਮ ਬੌਂਡ, ਕਿ ਸਾਨੂੰ ਜੋ ਅਸੀਂ ਉਹ ਗੋਲ ਚੂਜ਼ ਕੀਤੇ ਹਨ ਸਾਨੂੰ ਉਸ ਦੇ ਲਈ ਕੋਈ ਡੈਡਲਾਈਨ ਰੱਖਣੀ ਚਾਹੀਦੀ ਹੈ ਕਿ ਮੈਂ ਕਦੋਂ ਕਿਹੜੇ ਵੀਕ ਤੱਕ ਜਾਂ ਮੈਂ ਕਿਹੜੇ ਮੰਥ ਤੱਕ ਆਪਣਾ ਜਿਹੜਾ ਸਿਲੇਬਸ ਹੈ, ਆਪਣੇ ਜਿਹੜੇ ਚੈਪਟਰਸ ਨੇ ਕਿਸੇ ਵੀ ਸਬਜੈਕਟ ਦੇ ਤੁਸੀਂ ਲੈ ਸਕਦੇ ਹੋ ਕਿ ਮੈਂ ਇਸ ਸਮੇਂ ਤੱਕ ਜਿਹੜੇ ਮੈਂ ਆਪਣੇ ਚੈਪਟਰਸ ਨੇ, ਆਪਣੇ ਜਿਹੜੇ ਸਿਲੇਬਸ ਹੈ ਉਹ ਮੈਂ ਖਤਮ ਕਰਨਾ ਹੈ। ਸੋ ਇਹ ਸੀਗੇ ਜੀ ਸਮਾਰਟਸ ਗੋਲ। ਸੋ ਨੈਕਸਟ ਹੈ ਜੀ ਸਾਡੇ ਕੋਲ ਸੈਕੰਡ ਟਿਪ ਹੈ ਜੀ ਪ੍ਰਾਇੋਰਟਾਈਜ਼ ਵਾਈਜ਼ਲੀ। ਸੋ ਹੁਣ ਬਹੁਤ ਸਾਰੇ ਬੱਚੇ ਕਨਫਿਊਜ਼ ਹੁੰਦੇ ਨੇ ਕਿ ਅਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਤਾਂ ਅਸੀਂ ਕਿਸੇ ਵੇਲੇ ਕਨਫਿਊਜ਼ ਹੋ ਜਾਂਦੇ ਹਾਂ ਕਿ ਸ਼ੁਰੂ ਕਿੱਥੋਂ ਕਰੀਏ। ਸੋ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ 4D ਸਟ੍ਰੈਟਜੀ ਦੱਸਾਂਗਾ। ਜੋ ਫਸਟ ਹੈ ਜੀ ਜਿਹੜੇ ਸਾਡੇ ਕੋਲ ਜਿਹੜੇ ਕੰਮ ਹਨ ਜਿਹੜੇ ਅਰਜੈਂਟ ਵੀ ਹਨ ਤੇ ਇੰਪੋਰਟੈਂਟ ਵੀ ਹਨ, ਉਹਨੂੰ ਸਾਨੂੰ ਜਿਹੜਾ ਹੈ ਉਹ ਸਾਨੂੰ ਹੁਣ ਹੀ ਕਰਨਾ ਚਾਹੀਦਾ। ਉਹਨੂੰ ਸਭ ਤੋਂ ਪਹਿਲਾਂ ਸਾਡੇ ਜਿਹੜੇ ਹੈ ਆਪਣੇ ਟਾਈਮ ਸਲੋਟ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਜਿਹੜੇ ਕੰਮ ਅਰਜੈਂਟ ਤੇ ਇੰਪੋਰਟੈਂਟ ਹਨ ਸਾਨੂੰ ਆਪਣੇ ਟਾਈਮ ਸਲੋਟ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਕਰਨਾ ਚਾਹੀਦਾ ਹੈ। ਜਿਹੜੇ ਕੰਮ ਜਿਹੜੇ ਅਰਜੈਂਟ ਨਹੀਂ ਹਨ ਪਰ ਉਹ ਇੰਪੋਰਟੈਂਟ ਹਨ ਉਹਨਾਂ ਨੂੰ ਸਾਨੂੰ ਹੁਣੇ ਹੀ ਕਰ ਲੈਣਾ ਚਾਹੀਦਾ ਹੈ, ਕਿਉਂਕਿ ਉਸ ਤੋਂ ਬਾਅਦ ਸਾਨੂੰ ਜਿਹੜਾ ਜੋ ਅਸੀਂ ਪਹਿਲਾਂ ਰੱਖਿਆ ਉਸ ਤੋਂ ਬਾਅਦ ਸਾਨੂੰ ਇਹ ਜਿਹੜੇ ਆਪਣੇ ਜਿਹੜੇ ਕੰਮ ਇੰਪੋਰਟੈਂਟ ਹੈ ਉਹਨੂੰ ਰੱਖ ਲੈਣਾ ਚਾਹੀਦਾ ਹੈ। ਫਿਰ ਉਸ ਤੋਂ ਬਾਅਦ ਜਿਹੜੇ ਆ ਜੀ ਅਰਜੈਂਟ ਬਟ ਨੋਟ ਇੰਪੋਰਟੈਂਟ, ਉਹਨੂੰ ਅਸੀਂ ਜਿਹੜਾ ਹੈ ਉਹ ਰੀਸਕੈਜੂਅਲ ਵੀ ਕਰ ਸਕਦੇ ਹਾਂ, ਤਾਂ ਜਾਂ ਅਸੀਂ ਉਸਨੂੰ ਆਪਣੇ ਟਾਈਮ ਸਲੋਟ ਦੇ ਬਾਹਰ ਵੀ ਰੱਖ ਸਕਦੇ ਹਾਂ ਤੇ ਜਦ ਵੀ ਸਾਨੂੰ ਜਿਹੜਾ ਵਿੱਚ ਸਮਾਂ ਮਿਲੇ ਅਸੀਂ ਆਪਣੇ ਉਸ ਜਿਹੜੇ ਕੰਮਾਂ ਨੂੰ ਉਹ ਉਸ ਦੇ ਵਿੱਚ ਜਿਹੜੀ ਐਕਟੀਵਿਟੀ ਨੂੰ ਉਹ ਕਰ ਸਕਦੇ ਹਾਂ। ਹੁਣ ਜਿਹੜੇ ਆ ਜੀ ਨੋਟ ਅਰਜੈਂਟ ਨੋਟ ਇੰਪੋਰਟੈਂਟ, ਜਿਵੇਂ ਅਸੀਂ ਗੱਲ ਕਰ ਲਈਏ ਕਿ ਅਸੀਂ ਐਵੇਂ ਫਾਲਤੂ ਦੇ ਵਿੱਚ ਜਾਂ ਤਾਂ ਅਸੀਂ ਬੈਠ ਕੇ ਮੋਬਾਈਲ ਚਲਾਉਂਦੇ ਰਹਿੰਦੇ ਹਾਂ ਜਾਂ ਗੱਲਾਂ ਕਰਦੇ ਰਹਿੰਦੇ ਹਾਂ, ਤਾਂ ਇਹੋ ਜਿਹੇ ਕੰਮਾਂ ਨੂੰ ਸਾਨੂੰ ਜਿਹੜੇ ਆਪਣੇ ਸਕੈਜੂਲ ਦੇ ਵਿੱਚੋਂ ਜਿਹੜਾ ਹੈ ਉਹ ਡਿਲੀਟ ਕਰ ਦੇਣਾ ਚਾਹੀਦਾ ਹੈ, ਸਾਨੂੰ ਕੱਢ ਦੇਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੀ ਲਾਈਫ ਦੇ ਵਿੱਚ ਸਕਸੈਸ ਦੇ ਵੱਲ ਵੱਧ ਸਕੀਏ। ਸਾਡੇ ਕੋਲ ਥਰਡ ਟਿਪ ਹੈ ਜੀ ਸੈਟ ਏ ਟਾਈਮ ਲਿਮਿਟ ਟੂ ਕੰਪਲੀਟ ਏ ਟਾਸਕ। ਸਾਨੂੰ ਜੇ ਅਸੀਂ ਕੋਈ ਵੀ ਟਾਸਕ ਕੰਪਲੀਟ ਕਰਨਾ ਹੈ, ਕੋਈ ਵੀ ਐਕਟੀਵਿਟੀ ਕਰਨੀ ਹੈ, ਤੇ ਜਾਂ ਅਸੀਂ ਕਿਸੇ ਵੀ ਮੰਨ ਲਓ ਅਸੀਂ ਕਿਸੇ ਸਬਜੈਕਟ ਦਾ ਪੜ੍ਹਨਾ ਹੈ ਤਾਂ ਸਾਨੂੰ ਸਾਰੇ ਸਬਜੈਕਟ ਨੂੰ ਜਿਹੜਾ ਹੈ ਇਕੁਅਲੀ ਟਾਈਮ ਅਲਾਟ ਕਰਨਾ ਚਾਹੀਦਾ ਹੈ। ਸਾਨੂੰ ਇਹ ਹਰੇਕ ਸਬਜੈਕਟ ਦੇ ਵਾਸਤੇ ਜਿਹੜੀ ਹੈ ਉਹ ਉਹਨਾਂ ਨੂੰ ਟਾਈਮ ਅਲਾਟ ਕਰਨਾ ਚਾਹੀਦਾ ਹੈ, ਉਹਨਾਂ ਵਾਸਤੇ ਟਾਈਮ ਲਿਮਿਟ ਰੱਖਣੀ ਚਾਹੀਦੀ ਹੈ। ਜੇ ਅਸੀਂ ਗੱਲ ਕਰ ਲਈਏ ਤਾਂ ਸਪੋਜ਼ ਕਰ ਲਓ ਤੁਸੀਂ ਕਿ ਜਿਹੜੇ ਸਬਜੈਕਟ ਦੇ ਵਿੱਚ ਤੁਸੀਂ ਜਿਹੜੇ ਸਬਜੈਕਟ ਦੀ ਤੁਹਾਡੀ ਜ਼ਿਆਦਾ ਪਕੜ ਹੈ ਉਹ ਸਬਜੈਕਟ ਨੂੰ ਤੁਸੀਂ ਜਿਹੜਾ ਹੈ ਉਹ ਘੱਟ ਟਾਈਮ ਹੀ ਦੇ ਸਕਦੇ ਹੋ, ਤੇ ਜਿਹੜੇ ਸਬਜੈਕਟ ਦੀ ਤੁਹਾਡੀ ਜਿਹੜੀ ਹੈ ਘੱਟ ਪਕੜ ਹੈ ਉਸਨੂੰ ਤੁਸੀਂ ਵੱਧ ਟਾਈਮ ਦੇ ਸਕਦੇ ਹੋ। ਇਸ ਤਰ੍ਹਾਂ ਜਿਹੜਾ ਟਾਈਮ ਲਿਮਿਟ ਨਾਲ ਜਿਹੜਾ ਅਸੀਂ ਟਾਸਕ ਕੰਪਲੀਟ ਕਰਦੇ ਹਾਂ ਉਹ ਇੱਕ ਤਾਂ ਸਾਡਾ ਵਧੀਆ ਢੰਗ ਦੇ ਨਾਲ ਹੁੰਦਾ ਹੈ, ਨਾਲੇ ਨਾਲ ਸਾਡਾ ਜਿਹੜਾ ਹੈ ਉਹ ਫੋਕਸ ਵੀ ਜਿਹੜਾ ਹੈ ਉਸ ਕੰਮ ਕਰਨ ਦੇ ਪ੍ਰਤੀ ਜਿਹੜਾ ਹੈ ਉਹ ਵੱਧਦਾ ਹੈ। 40 ਪੈਰੀ ਸਾਡੇ ਕੋਲ ਟੇਕ ਏ ਬ੍ਰੇਕ ਬਿਟਵੀਨ ਟਾਸਕ। ਸਾਨੂੰ ਜਿਹੜਾ ਹੈ ਉਹ ਕੋਈ ਵੀ ਜੇ ਅਸੀਂ ਗੱਲ ਕਰ ਲਈਏ ਤਾਂ ਜਦ ਵੀ ਤੁਸੀਂ ਆਪਣਾ ਸਟੱਡੀ ਟਾਈਮ ਟੇਬਲ ਬਣਾਉਂਦੇ ਹੋ ਤਾਂ ਸਾਨੂੰ ਹਰੇਕ ਇਹ ਸਾਈਕੋਲੋਜੀਕਲੀ ਪ੍ਰੂਵ ਹੈ ਜੀ ਕਿ ਜਦ ਅਸੀਂ ਵੀ ਇੱਕ ਘੰਟਾ ਪੜ੍ਹਦੇ ਹਾਂ ਸਾਨੂੰ ਉਸ ਤੋਂ ਬਾਅਦ ਜਿਹੜਾ ਹੈ 10 ਮਿੰਟਸ ਦੀ ਜਿਹੜੀ ਬ੍ਰੇਕ ਹੈ ਉਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਨਾਲ ਜਿਹੜਾ ਸਾਡਾ ਮਾਈਂਡ ਹੈ ਉਹ ਫਰੈਸ਼ ਹੋ ਜਾਂਦਾ ਹੈ। ਤਾਂ ਹੀ ਸਾਡਾ ਜੇ ਅਸੀਂ ਗੱਲ ਕਰੀਏ ਤਾਂ ਆਪਾਂ ਕਿਸੇ ਵੇਲੇ ਲਗਾਤਾਰ ਜੇ ਅਸੀਂ 2-2 3-3 ਘੰਟੇ ਲਗਾਤਾਰ ਪੜ੍ਹਦੇ ਰਹੀਏ ਸਾਡਾ ਜਿਹੜਾ ਮਨ ਹੈ ਉਹ ਬੋਰਿੰਗ ਹੋ ਜਾਏਗਾ। ਸੋ ਇਸੇ ਕਰਕੇ ਸਾਨੂੰ ਜਿਹੜਾ ਹੈ ਕੋਈ ਵੀ ਕੰਮ ਕਰਦੇ ਸਮੇਂ ਸਾਨੂੰ ਆਪਣੀ ਜਿਹੜੇ ਆ ਉਹ ਉਸ ਕੰਮ ਦੇ ਵਿੱਚ ਬ੍ਰੇਕਸ ਜ਼ਰੂਰ ਲੈਣੇ ਚਾਹੀਦੇ ਹਨ, ਭਾਵੇਂ ਉਹ 5 ਮਿੰਟ ਦੇ ਬ੍ਰੇਕ ਹੋਣ ਭਾਵੇਂ ਉਹ 10 ਮਿੰਟ ਦੇ ਬ੍ਰੇਕਸ ਹੋਣ, ਤਾਂ ਜੋ ਅਸੀਂ ਫਰੈਸ਼ ਹੋ ਸਕੀਏ ਤੇ ਫਿਰ ਆਪਾਂ ਉਸ ਕੰਮ ਨੂੰ ਜਿਹੜਾ ਹੈ ਦੁਬਾਰਾ ਤੋਂ ਕੰਟੀਨਿਊ ਕਰ ਸਕਦੇ ਹਾਂ ਜੀ। ਸੋ ਨੈਕਸਟ ਹੈ ਸਾਡੇ ਕੋਲ ਆਰਗੇਨਾਈਜ਼ ਯੋਰਸੈਲਫ। ਸੋ ਇਹ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਹਾਂ ਜੀ। ਸਪੋਜ਼ ਕਰ ਲਓ ਕਿ ਤੁਹਾਨੂੰ ਸਕੂਲ ਤੋਂ ਕੁਝ ਅਸਾਈਨਮੈਂਟਸ ਮਿਲੀਆਂ ਨੇ ਤੇ ਤੁਸੀਂ ਉਸ ਜਿਹੜਾ ਆਪਣੇ ਕੈਲੰਡਰ ਨੂੰ ਇਸ ਤਰ੍ਹਾਂ ਯੂਟੀਲਾਈਜ਼ ਕਰਨਾ ਕਿ ਇਹ ਲੌਂਗ ਟਰਮ ਜਿਹੜਾ ਹੈ ਟਾਈਮ ਮੈਨੇਜਮੈਂਟ ਕਰਨਾ ਕਿ ਤੁਸੀਂ ਨਾਲ ਦੀ ਨਾਲ ਆਪਣਾ ਜਿਹੜਾ ਹੈ ਜੋ ਤੁਹਾਡਾ ਡੇਲੀ
ਸਕੇਡਿਊਲ ਹੈ ਉਹ ਵੀ ਨਾ ਜਿਹੜਾ ਹੈ ਖਰਾਬ ਹੋਵੇ, ਤੇ ਤੁਸੀਂ ਨਾਲ ਨਾਲ ਆਪਣਾ ਜਿਹੜਾ ਹੈ ਅਸਾਈਨਮੈਂਟ ਵਰਕ ਵੀ ਜਿਹੜਾ ਹੈ ਸਕੂਲ ਤੋਂ ਮਿਲਿਆ ਹੈ ਉਹ ਤੁਸੀਂ ਨਾਲ ਨਾਲ ਜਿਹੜਾ ਹੈ ਉਹ ਕਰਦੇ ਜਾਈਏ। ਤੇ ਇਸ ਤਰ੍ਹਾਂ ਸਾਨੂੰ ਜਿਹੜਾ ਹੈ ਜੋ ਵੀ ਅਸੀਂ ਗੱਲ ਕਰ ਲਈ, ਜਿਹੜਾ ਟਾਈਮ ਅਸੀਂ ਜਿਹੜਾ ਹੈ ਉਹ ਮੋਬਾਈਲ ਚਲਾਉਂਦੇ ਹਾਂ ਵਿੱਚ ਅਸੀਂ ਉਸ ਟਾਈਮ ਨੂੰ ਜਿਹੜਾ ਹੈ ਆਰਗੇਨਾਈਜ਼ ਕਰਕੇ, ਅਸੀਂ ਉਸ ਟਾਈਮ ਨੂੰ ਜਿਹੜਾ ਹੈ ਪਲਾਨ ਕਰਕੇ ਅਸੀਂ ਆਪਣੇ ਜਿਹੜੇ ਹੈ ਉਸ ਟਾਈਮ ਨੂੰ ਅਸਾਈਨਮੈਂਟ ਵਰਕ ਦੇ ਵਾਸਤੇ ਜਿਹੜਾ ਹੈ ਉਹ ਰੱਖ ਸਕਦੇ ਹਾਂ ਜੀ। ਸੋ ਨੈਕਸਟ ਸਾਡੇ ਕੋਲ ਹੈ ਜੀ ਰਿਮੂਵ ਨੋਨ ਐਸੈਂਸ਼ੀਅਲ ਟਾਸਕ ਐਂਡ ਐਕਟੀਵਿਟੀਜ਼। ਜਿਹੜੇ ਸਾਡੇ ਨੋਨ ਐਸੈਂਸ਼ੀਅਲ, ਜਿਹੜੇ ਸਾਡੇ ਜ਼ਰੂਰੀ ਨਹੀਂ ਹਨ ਜਿਹੜੇ ਕੰਮ, ਸਾਨੂੰ ਉਹਨਾਂ ਨੂੰ ਆਪਣੇ ਸਕੇਡਿਊਲ ਦੇ ਵਿੱਚੋਂ ਰਿਮੂਵ ਕਰ ਦੇਣਾ ਚਾਹੀਦਾ ਹੈ। ਜੇ ਅਸੀਂ ਗੱਲ ਕਰ ਸਕਦੇ ਹਾਂ, ਆਮ ਤੌਰ ਤੇ ਅਸੀਂ ਲੈ ਸਕਦੇ ਹਾਂ ਕਿ ਅਸੀਂ ਜਦ ਸਕੇਡਿਊਲ ਦੇ ਵਿੱਚ ਸਾਡੇ ਹੁੰਦਾ ਹੈ ਕਿ ਮੈਂ ਇੰਨੇ ਤੋਂ ਇੰਨੇ ਟਾਈਮ ਜਿਹੜਾ ਹੈ ਮੋਬਾਈਲ ਚਲਾਉਣਾ ਹੈ, ਇੰਨੇ ਤੋਂ ਇੰਨੇ ਟਾਈਮ ਜਿਹੜਾ ਮੈਂ ਟੀਵੀ ਦੇਖਣਾ ਹੈ, ਸਾਨੂੰ ਉਸ ਚੀਜ਼ ਨੂੰ ਜਿਹੜਾ ਹੈ ਆਪਣੇ ਸਕੇਡਿਊਲ ਦੇ ਵਿੱਚੋਂ ਜਿਹੜਾ ਹੈ ਉਹ ਇਹ ਜਿਹੜੀਆਂ ਚੀਜ਼ਾਂ ਨੇ ਨੋਨ ਐਸੈਂਸ਼ੀਅਲ ਨੇ ਇਸ ਤਰ੍ਹਾਂ, ਤੇ ਇਹਨਾਂ ਨੂੰ ਅਸੀਂ ਆਪਣੇ ਸਕੇਡਿਊਲ ਦੇ ਵਿੱਚੋਂ ਰਿਮੂਵ ਕਰਕੇ ਆਪਣੇ ਸਕੇਡਿਊਲ ਨੂੰ ਹੋਰ ਇਫੈਕਟਿਵ ਜਿਹੜਾ ਹੈ ਉਹ ਬਣਾ ਸਕਦੇ ਹਾਂ ਜੀ। ਜਦ ਹੀ ਅਸੀਂ ਪੜ੍ਹਨ ਬੈਠਦੇ ਹਾਂ ਤੇ ਸਾਨੂੰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਹੈ ਇਹ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਪੜ੍ਹਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅੱਜ ਮੈਂ ਕੀ ਕਰਨਾ ਹੈ, ਤੇ ਅੱਜ ਦੇ ਦਿਨ ਮੈਂ ਆਪਣੇ ਕਿਹੜੇ ਚੈਪਟਰਸ ਕੰਪਲੀਟ ਕਰਨੇ ਹਨ, ਕਿਹੜੇ ਸਬਜੈਕਟਸ ਦਾ ਮੈਂ ਕੀ ਕੰਮ ਕਰਨਾ ਹੈ, ਤੇ ਕੀ ਮੈਂ ਜਿਹੜਾ ਹੈ ਆਪਣਾ ਟਾਰਗੇਟ ਜਿਹੜਾ ਹੈ ਉਹ ਵੀਕਲੀ ਟਾਰਗੇਟ ਹੋਵੇ ਚਾਹੇ ਉਹ ਡੇਲੀ ਟਾਰਗੇਟ ਹੋਵੇ, ਮੈਂ ਉਹ ਟਾਰਗੇਟ ਨੂੰ ਅਚੀਵ ਕਰਨਾ ਹੈ। ਇਹ ਸਾਡਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਫਿਰ ਜਦ ਅਸੀਂ ਉਹ ਕੰਮ ਨੂੰ ਅੱਜ ਜਿਹੜਾ ਹੈ ਉਹ ਖਤਮ ਕਰ ਲਿਆ, ਅਸੀਂ ਉਹ ਕੰਮ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਆਪਣੇ ਜਿਹੜਾ ਹੈ ਉਹ ਟਾਰਗੇਟ ਅਚੀਵ ਵੀ ਕਰ ਲਿਆ, ਫਿਰ ਉਸ ਤੋਂ ਬਾਅਦ ਸਾਨੂੰ ਜਿਹੜਾ ਹੈ ਆਪਣੇ ਅਗਲੇ ਦਿਨ ਦੀ ਵੀ ਸਾਨੂੰ ਜਿਹੜੀ ਹੈ ਪਲੈਨਿੰਗ ਕਰ ਲੈਣੀ ਚਾਹੀਦੀ ਹੈ ਕਿ ਮੈਂ ਅਗਲੇ ਦਿਨ ਇਹ ਵਾਲਾ ਕੰਮ ਕਰਨਾ ਹੈ, ਮੈਂ ਇਹ ਵਾਲਾ ਚੀਜ਼ ਕਰਨੀ ਹੈ, ਮੈਂ ਇਹ ਵਾਲੇ ਸਬਜੈਕਟ ਦੇ ਵਿੱਚੋਂ ਵੱਧ ਨੰਬਰ ਲੈਣ ਵਾਸਤੇ ਮੈਂ ਇਹਦੇ ਨਿਊਮੈਰੀਕਲਸ ਦੀ ਇੰਨੀ ਪ੍ਰੈਕਟਿਸ ਕਰਨੀ ਹੈ। ਸੋ ਇਸ ਤਰ੍ਹਾਂ ਆਪਾਂ ਜਿਹੜਾ ਪਲਾਨ ਆਪਣੇ ਜਿਹੜੇ ਪਲੈਨਿੰਗ ਅੱਗੇ ਦੀ ਕਰਕੇ ਤੇ ਆਪਾਂ ਆਪਣੇ ਟਾਈਮ ਨੂੰ ਹੋਰ ਇਫੈਕਟਿਵਲੀ ਯੂਜ਼ ਕਰ ਸਕਦੇ ਹਾਂ ਜੀ। ਸੋ ਨੈਕਸਟ ਹੈ ਜੀ ਸੇ ਨੋ ਟੂ ਪ੍ਰੋਕਰਾਸਟੀਨੇਸ਼ਨ। ਸੋ ਇਹ ਤਾਂ ਸਾਰਿਆਂ ਨੂੰ ਆਮ ਤੌਰ ਤੇ ਹੁੰਦਾ ਹੀ ਹੈ ਕਿ ਅਸੀਂ ਆਲਸ ਬਹੁਤ ਕਰਦੇ ਹਾਂ। ਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਕਿ ਸਾਨੂੰ ਆਲਸ ਕਰਨਾ ਜਿਹੜਾ ਹੈ ਉਹ ਛੱਡਣਾ ਚਾਹੀਦਾ ਹੈ। ਜਦ ਵੀ ਸਾਨੂੰ ਆਲਸ ਆਵੇ ਤਾਂ ਅਸੀਂ ਇਹ ਜਿਸ ਤਰ੍ਹਾਂ ਡਾਕਟਰ ਸਰਬਜੀਤ ਅੰਕਲ ਵੀ ਕਹਿੰਦੇ ਹੁੰਦੇ ਨੇ ਕਿ ਸਾਨੂੰ ਜਦ ਵੀ ਆਲਸ ਆਵੇ ਤੇ ਸਾਨੂੰ ਆਲਸ ਨੂੰ ਇਹ ਕਹਿ ਦੇਣਾ ਚਾਹੀਦਾ ਕਿ ਨਹੀਂ ਯਾਰ ਤੂੰ ਕੱਲ ਆਵੀਂ, ਅਸੀਂ ਕੱਲ ਤੇਰੇ ਨਾਲ ਬੈਠ ਕੇ ਗੱਲਾਂ ਜ਼ਰੂਰ ਕਰਾਂਗੇ। ਸਗੋਂ ਉਹਨੂੰ ਕਹਿ ਦਈਏ ਤੂੰ ਆਲਸ ਆਪਣੇ ਆਪ ਨੂੰ ਕਹਿ ਦਈਏ ਕਿ ਆਲਸ ਜਿਹੜਾ ਹੈ ਅਸੀਂ ਉਹ ਕੱਲ ਕਰਾਂਗੇ, ਤੂੰ ਕੱਲ ਆਵੀਂ, ਹਜੇ ਮੈਂ ਬਹੁਤ ਬਿਜ਼ੀ ਹਾਂ। ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਆਪਾਂ ਜਿਹੜਾ ਆਪਣਾ ਜਿਹੜਾ ਆਲਸ ਹੈ ਉਹ ਵੀ ਦੂਰ ਕਰ ਸਕਦੇ ਹਾਂ ਤੇ ਸਾਡੇ ਕੰਮ ਦੇ ਵਿੱਚ ਜਿਹੜੀ ਹੈ ਉਹ ਡਿਲੇ ਵੀ ਨਹੀਂ ਹੋਵੇਗੀ। ਸੋ ਜੇ ਅਸੀਂ ਗੱਲ ਕਰ ਲਈਏ ਤਾਂ ਜੇ ਅਸੀਂ ਕਿਸੇ ਵੇਲੇ ਆਪਾਂ ਫੋਨ ਤੋਂ ਮੋਬਾਈਲ ਤੋਂ ਕਿਸੇ ਵੇਲੇ ਸਟੱਡੀ ਕਰਦੇ ਹਾਂ ਤਾਂ ਸਾਨੂੰ ਜਦ ਵੀ ਕਿਸੇ ਵੇਲੇ ਕੋਈ ਨੋਟੀਫਿਕੇਸ਼ਨ ਆ ਜਾਏ ਤੇ ਅਸੀਂ ਫਟਾਫਟ ਉਸ ਤੇ ਕਲਿੱਕ ਕਰਕੇ ਤੇ ਉਸ ਤੇ ਚਲੇ ਜਾਂਦੇ, ਚਾਹੇ ਉਹ WhatsApp ਦਾ ਨੋਟੀਫਿਕੇਸ਼ਨ ਹੋਵੇ, ਚਾਹੇ Instagram ਦਾ ਹੋਵੇ, ਚਾਹੇ ਉਹ YouTube ਦਾ ਹੋਵੇ। ਤੇ ਇਸੇ ਡਿਸਟਰੈਕਸ਼ਨ ਨੂੰ ਰੋਕਣ ਦੇ ਵਾਸਤੇ ਅਸੀਂ ਇੱਕ ਛੋਟੀ ਜਿਹੀ ਟਿਪ ਦਾ ਜਿਹੜਾ ਯੂਜ਼ ਕਰ ਸਕਦੇ ਹਾਂ। ਅਸੀਂ ਆਪਣੀ ਸੈਟਿੰਗ ਦੇ ਵਿੱਚ ਜਾ ਕੇ ਜਿਹੜਾ ਆਪਣੇ all ਐਪਸ ਦੇ ਜਿਹੜੇ ਆਪਣੇ ਨੋਟੀਫਿਕੇਸ਼ਨ ਹੈ ਉਹ ਬੰਦ ਕਰ ਸਕਦੇ ਹਾਂ ਤਾਂ ਜੋ ਸਾਡੀ ਜਿਹੜੀ ਹੈ ਅਸੀਂ ਡਿਸਟਰੈਕਟ ਨਾ ਹੋ ਸਕੇ, ਅਸੀਂ ਆਪਣੇ ਕੰਮ ਦੇ ਪ੍ਰਤੀ ਜਿਹੜਾ ਹੈ ਕੰਸਿਸਟੈਂਟ ਰਹੀਏ। ਸੋ ਇਹ ਸੀਗੀਆਂ ਜੀ ਇਫੈਕਟਿਵ ਮੈਨੇਜਮੈਂਟ ਦੇ ਵਾਸਤੇ ਟਿਪਸ। ਸੋ ਨੈਕਸਟ ਹੈ ਸਾਡੇ ਕੋਲ ਕਿ ਜੇ ਅਸੀਂ ਆਪਣੀ ਮੈਨੇਜਮੈਂਟ ਜਿਹੜੀ ਹੈ ਆਪਣੇ ਟਾਈਮ ਨੂੰ ਜਿਹੜਾ ਮੈਨੇਜ ਹੈ ਉਹ ਅੱਛੇ ਢੰਗ ਦੇ ਨਾਲ ਨਹੀਂ ਕਰਦੇ, ਸਾਨੂੰ ਕੀ ਫੇਸ ਕਰਨਾ ਪੈ ਸਕਦਾ ਹੈ। ਸੋ ਫਸਟ ਹੈ ਜੀ ਪੂਅਰ ਵਰਕ ਫਲੋ। ਜੋ ਸਪੋਜ਼ ਕਰ ਲਓ ਜੇ ਸਾਡੇ ਕੋਲ ਕਿੰਨੇ ਹੀ ਕੰਮ ਜੋ ਅਸੀਂ ਕਰਨੇ ਹਨ ਤਾਂ ਜੇ ਅਸੀਂ ਉਸਦੇ ਵਾਸਤੇ ਜਿਹੜਾ ਹੈ ਉਹ ਜਿਹੜਾ ਇਫੈਕਟਿਵਲੀ ਜਿਹੜਾ ਪਲਾਨ ਨਹੀਂ ਕੀਤਾ ਤੇ ਅਸੀਂ ਉਸ ਕੰਮ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਜਿਹੜਾ ਹੈ ਉਹ ਨਹੀਂ ਕਰ ਸਕਦੇ। ਅਸੀਂ ਉਸ ਕੰਮ ਨੂੰ ਜਿਹੜਾ ਹੈ ਉਹ ਕੰਮ ਸਾਡਾ ਜਿਹੜਾ ਹੈ ਚੰਗੇ ਢੰਗ ਦੇ ਨਾਲ ਨਹੀਂ ਹੋਵੇਗਾ, ਉਹ ਇੱਕ ਤਰ੍ਹਾਂ ਪੂਅਰ ਕੁਆਲਿਟੀ ਦਾ ਵਰਕ ਜਿਹੜਾ ਹੈ ਖਵਾਵੇਗਾ ਤੇ ਅਸੀਂ ਉਸ ਚੀਜ਼ ਦੇ ਪ੍ਰਤੀ ਉਸ ਕੰਮ ਦੇ ਪ੍ਰਤੀ ਆਪਣਾ ਇੰਨਾ ਜਿਹੜਾ ਹੈ ਇਫੈਕਟਿਵਨੈਸ ਵੀ ਨਹੀਂ ਦਿਖਾ ਸਕਦੇ। ਸੋ ਸੈਕਿੰਡ ਹੈ ਜੀ ਵੇਸਟਡ ਟਾਈਮ। ਜੇ ਅਸੀਂ ਆਪਣੀ ਸਪੋਜ਼ ਕਰ ਲਓ ਕਿ ਤੁਸੀਂ ਟਾਈਮ ਨੂੰ ਮੈਨੇਜ ਕੀਤਾ ਚੰਗੀ ਤਰ੍ਹਾਂ ਨਹੀਂ ਕੀਤਾ, ਤੁਸੀਂ ਬਾਹਰ ਚਲੇ ਜਾਂਦੇ ਹੋ, ਤੁਸੀਂ ਉੱਥੇ ਆਪਣੇ ਫਰੈਂਡਸ ਨਾਲ ਗੱਪਾਂ ਗੁੱਪਾਂ ਮਾਰ ਕੇ ਤੇ ਆ ਜਾਂਦੇ ਹੋ ਤੇ ਤੁਹਾਨੂੰ ਉਸ ਚੀਜ਼ ਨੂੰ ਬਾਅਦ ਚ ਰਿਅਲਾਈਜ਼ ਹੋਏਗਾ ਕਿ ਮੈਂ ਆਪਣਾ ਟਾਈਮ ਇੰਨਾ ਵੇਸਟ ਕਰ ਲਿਆ, ਜਾਂ ਅਸੀਂ ਆਪਣੇ ਟਾਈਮ ਨੂੰ ਜਦ ਸਹੀ ਤਰ੍ਹਾਂ ਢੰਗ ਨਾਲ ਮੈਨੇਜ ਨਹੀਂ ਕੀਤਾ ਤਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਆਪਣੇ ਟਾਈਮ ਨੂੰ ਕਿੰਨਾ ਆਪਣਾ ਵੇਸਟ ਕਰ ਸਕਦੇ ਹਾਂ। ਅਸੀਂ ਜਾਂ ਤਾਂ ਆਪਾਂ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਅਸੀਂ ਇੰਨਾ ਆਪਣਾ ਟਾਈਮ ਵੇਸਟ ਕਰ ਘੰਟੇ 2-2 ਘੰਟੇ ਅਸੀਂ ਲੱਗੇ ਰਹਿੰਦੇ ਹਾਂ ਤਾਂ ਵੀ ਸਾਨੂੰ ਜਿਹੜਾ ਪਤਾ ਨਹੀਂ ਲੱਗਦਾ
ਕਿ ਅਸੀਂ ਇੰਨਾ ਟਾਈਮ ਵੇਸਟ ਕਰਦੇ ਹਾਂ, ਬਾਅਦ ਵਿੱਚ ਜਦ ਅਸੀਂ ਫੋਨ ਛੱਡਦੇ ਹਾਂ ਤਾਂ ਸਾਨੂੰ ਫਿਰ ਉਹ ਰਿਅਲਾਈਜ਼ ਹੁੰਦਾ ਕਿ ਮੈਂ ਇੰਨਾ ਟਾਈਮ ਜਿਹੜਾ ਹੈ ਉਹ ਵੇਸਟ ਕਰ ਚੁੱਕਿਆ ਹਾਂ। ਸੋ ਥਰਡ ਹੈ ਜੀ ਲੋਸ ਆਫ ਕੰਟਰੋਲ। ਜਦ ਸਾਨੂੰ ਇਹ ਨਹੀਂ ਪਤਾ ਹੋਏਗਾ ਕਿ ਸਾਡਾ ਸਪੋਜ਼ ਕਰ ਲਓ ਕਿ ਤੁਸੀਂ ਕੋਈ ਕੰਮ ਕਰ ਰਹੇ ਹੋ ਤੇ ਉਹ ਤੁਹਾਡਾ ਕੰਮ ਜਿਹੜਾ ਹੈ ਉਹ ਖਤਮ ਹੋ ਗਿਆ, ਤੇ ਤੁਹਾਨੂੰ ਜਦ ਇਹ ਨਹੀਂ ਪਤਾ ਹੋਏਗਾ ਕਿ ਮੇਰਾ ਅਗਲਾ ਕੰਮ ਕੀ ਕਰਨਾ ਹੈ, ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਜਿਹੜਾ ਉਹ ਕੰਟਰੋਲ ਹੈ ਸਾਡੇ ਹੱਥੋਂ, ਜੋ ਟਾਈਮ ਨੂੰ ਆਪਾਂ ਜਿਹੜਾ ਮੈਨੇਜ ਕੀਤਾ ਹੈ ਚੰਗੀ ਤਰ੍ਹਾਂ ਨਹੀਂ ਮੈਨੇਜ ਕੀਤਾ, ਉਹ ਜਿਹੜਾ ਕੰਟਰੋਲ ਸਾਡੇ ਹੱਥੋਂ ਜਿਹੜਾ ਹੈ ਬੇਕਾਬੂ ਹੋ ਜਾਵੇਗਾ ਤੇ ਉਹ ਅਨਕੰਟਰੋਲ ਹੋ ਜਾਣਗੀਆਂ ਚੀਜ਼ਾਂ। ਫਿਰ ਅਸੀਂ ਜਿਹੜਾ ਟਰੈਕ ਦੇ ਵਿੱਚ ਨਹੀਂ ਆ ਸਕਦੇ ਜੇ ਆਪਾਂ ਜਿਹੜੇ ਪੂਰਨ ਸਹੀ ਢੰਗ ਦੇ ਨਾਲ ਜਿਹੜਾ ਆਪਣੇ ਟਾਈਮ ਨੂੰ ਮੈਨੇਜ ਨਹੀਂ ਕਰਦੇ। ਸੋ ਥਰਡ ਹੈ ਜੀ ਫੋਰਥ ਹੈ ਜੀ ਪੂਅਰ ਕੁਆਲਿਟੀ ਆਫ ਵਰਕ। ਜਦ ਵੀ ਅਸੀਂ ਸਪੋਜ਼ ਕਰ ਲਓ ਕਿ ਸਾਡੇ ਕੋਲ ਕਿੰਨੇ ਹੀ ਕੰਮ ਆ ਜਾਂਦੇ ਹਨ, ਸਾਡੇ ਕੋਲ ਪ੍ਰੈਕਟੀਕਲ ਵਰਕ ਵੀ ਆ ਜਾਂਦਾ, ਅਸਾਈਨਮੈਂਟਸ ਵੀ ਆ ਜਾਂਦਾ, ਅਸੀਂ ਪ੍ਰੋਜੈਕਟ ਵੀ ਬਣਾਉਣਾ ਹੁੰਦਾ ਤੇ ਅਸੀਂ ਨਾਲ ਆਪਣੀ ਸਕੂਲ ਦੀ ਜਿਹੜੀ ਹੈ ਉਹ ਰਿਵੀਜ਼ਨ ਵੀ ਕਰਨੀ ਹੁੰਦੀ ਹੈ। ਤੇ ਉਸ ਸਮੇਂ ਜੇ ਅਸੀਂ ਆਪਣੇ ਟਾਈਮ ਨੂੰ ਸਹੀ ਢੰਗ ਦੇ ਨਾਲ ਮੈਨੇਜ ਨਹੀਂ ਕਰਦੇ ਤੇ ਅਸੀਂ ਇਸੇ 24 ਕੰਮਾਂ ਦੇ ਵਿੱਚੋਂ ਅਸੀਂ ਕਿਸੇ ਦੇ ਵਿੱਚੋਂ ਵੀ ਜਿਹੜਾ ਹੈ ਉਹ ਆਪਣੀ ਜਿਹੜੀ ਹੈ ਉਹ ਕ੍ਰੀਏਟੀਵਿਟੀ, ਉਹ ਆਪਣੀ ਇਫੈਕਟਿਵਨੈਸ ਜਿਹੜੀ ਹੈ ਤੇ ਪ੍ਰੋਡਕਟਿਵਿਟੀ ਨਹੀਂ ਦਿਖਾ ਸਕਦੇ। ਉਹ ਜਿਹੜਾ ਕੰਮ ਹੈ ਇੱਕ ਤਰ੍ਹਾਂ ਦਾ ਬੜਾ ਹੀ ਗੰਦਾ ਜਿਹਾ ਲੱਗੇਗਾ, ਬੜਾ ਹੀ ਜਿਹੜਾ ਸਹੀ ਨਹੀਂ ਹੋਵੇਗਾ। ਫਿਰ ਤੁਹਾਨੂੰ ਆਪਣੇ ਆਪ ਹੀ ਰਿਅਲਾਈਜ਼ ਹੋਵੇਗਾ ਕਿ ਮੈਨੂੰ ਇਸ ਕੰਮ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਸੋ ਇਹ ਸੀਗੀਆਂ ਜੀ ਥੋੜੀਆਂ ਜੀਆਂ ਇੰਪਲੀਕੇਸ਼ਨਸ ਜੋ ਜੇ ਅਸੀਂ ਪੂਰਾ ਮੈਨੇਜਮੈਂਟ ਟਾਈਮ ਕਰਦੇ ਹਾਂ ਜੀ। ਸੋ ਨੈਕਸਟ ਹੈ ਸਾਡੇ ਕੋਲ ਇੱਕ ਕੋਟ ਹੈ ਜੀ, ਇਟਸ ਨਾਟ ਇਨਫ ਟੂ ਬੀ ਬਿਜ਼ੀ, ਸੋ ਆਰ ਦੀ ਆਂਟਸ, ਦੀ ਕੁਐਸਚਨ ਇਜ਼ what are we busy about। ਇਹ ਹੈਨਰੀ ਡੇਵਿਡ ਥੋਰੋ ਦਾ ਕੋਟ ਹੈ ਜੀ। ਇਹ ਸਾਨੂੰ ਇਹ ਕਹਿੰਦਾ ਹੈ ਜੀ ਕਿ ਇਹ ਖਾਸ ਨਹੀਂ ਹੈ, ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਬਿਜ਼ੀ ਹੋ। ਇਸ ਤਰ੍ਹਾਂ ਤਾਂ ਜਿਹੜੀਆਂ ਕੀੜੀਆਂ ਹਨ ਉਹ ਵੀ ਤਾਂ ਹਰ ਸਮੇਂ ਬਿਜ਼ੀ ਹੀ ਰਹਿੰਦੀਆਂ ਹਨ, ਪਰ ਕੁਐਸਚਨ ਇਹ ਜਿਹੜਾ ਉੱਠਦਾ ਹੈ, ਇਹ ਅਰਾਈਜ਼ ਹੁੰਦਾ ਹੈ ਕਿ ਅਸੀਂ ਕਿਸ ਕੰਮ ਦੇ ਵਾਸਤੇ ਬਿਜ਼ੀ ਹਾਂ। ਅਸੀਂ ਬਿਜ਼ੀ ਤਾਂ ਮੋਬਾਈਲ ਉੱਪਰ ਵੀ ਹੋ ਸਕਦੇ ਹਾਂ, ਮੋਬਾਈਲ ਤੇ ਗੇਮ ਖੇਡਣ ਕਰਕੇ ਵੀ ਅਸੀਂ ਬਿਜ਼ੀ ਹੋ ਸਕਦੇ ਹਾਂ, ਪਰ ਇਹ ਜਿਹੜਾ ਇਹ ਮੈਟਰ ਇਹ ਕਰਦਾ ਕਿ ਅਸੀਂ ਉਹ ਬਿਜ਼ੀ ਕਿਸ ਵਾਸਤੇ ਆ, ਅਸੀਂ ਕਿਸ ਕੰਮ ਕਰਕੇ ਉਹ ਜਿਹੜੇ ਆਪਣੀ ਜਿਹੜੀ ਹੈ ਉਹ ਬਿਜ਼ੀ ਆ। ਅਸੀਂ ਉਸ ਆਪਾਂ ਆਪਣੀ ਪੜ੍ਹਾਈ ਦੇ ਵੱਲ ਪੜ੍ਹਾਈ ਦਾ ਕਰਕੇ ਬਿਜ਼ੀ ਆ, ਜਾਂ ਅਸੀਂ ਆਪਣੇ ਮੋਬਾਈਲ ਦੇ ਵਿੱਚ ਗੇਮ ਖੇਡ ਰਹੇ ਆ ਤਾਂ ਕਰਕੇ ਆਪਾਂ ਬਿਜ਼ੀ ਆ ਜੀ। ਸੋ ਨੈਕਸਟ ਹੈ ਜੀ, ਸੋ ਇਹ ਹੈ ਜੀ ਸਾਡੀ ਲਾਸਟ ਸਲਾਈਡ ਹੈ ਜੀ। ਸੋ ਮੈਂ ਆਪ ਜੀ ਨੂੰ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੂੰਗਾ, ਬੀ ਪੋਜ਼ਿਟਿਵ, ਬੀ ਪੇਸ਼ੈਂਸ, ਬੀ persistent, ਬੀ ਪ੍ਰੈਜ਼ੈਂਟ, ਬੀ ਪੋਸੀਬਲ। ਸਾਨੂੰ ਹਮੇਸ਼ਾ ਹੀ ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਉਹ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਤੇ ਹਮੇਸ਼ਾ ਹੀ ਜਿਹੜਾ ਹੈ ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਸਬਰ ਕਰਨਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਗੱਲ ਕਰ ਲਈ ਤਾਂ ਬਜ਼ੁਰਗਾਂ ਦਾ ਵੀ ਇੱਕ ਬੜਾ ਮਸ਼ਹੂਰ ਅਖਾਣ ਹੈ ਜੀ, ਸਬਰ ਦਾ ਫਲ ਵੀ ਮਿੱਠਾ ਹੁੰਦਾ ਹੈ। ਸਾਨੂੰ ਆਪਣੀ ਲਾਈਫ ਦੇ ਵਿੱਚ ਜਿਹੜਾ ਹੈ ਪੇਸ਼ੈਂਸ ਰਹਿਣਾ ਚਾਹੀਦਾ ਹੈ। ਜੋ ਚੀਜ਼ ਸਾਨੂੰ ਮਿਲ ਜਾਣੀ ਹੈ ਉਹ ਮਿਲ ਹੀ ਜਾਣੀ ਹੈ। ਸਾਨੂੰ ਕਦੀ ਵੀ ਉਸ ਦੇ ਵਿੱਚ ਜਿਹੜੀ ਹੈ ਉਹ ਕਾਹਲੀ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੀ ਜਿਹੜੀ ਕੰਸਿਸਟੈਂਸੀ ਹੈ, ਪਰਸਿਸਟੈਂਸ ਹੈ, ਸਾਨੂੰ ਕਦੀ ਵੀ ਜਿਹੜੀ ਲਗਨ ਹੈ ਉਹ ਨਹੀਂ ਛੱਡਣੀ ਚਾਹੀਦੀ। ਸਾਨੂੰ ਹਰੇਕ ਕੰਮ ਦੇ ਵੱਲ ਜਿਹੜਾ ਹੈ ਅੱਗੇ ਵੱਧਦੇ ਹੀ ਜਾਣਾ ਚਾਹੀਦਾ ਹੈ ਤੇ ਹਮੇਸ਼ਾ ਹੀ ਆਪਣੀ ਲਾਈਫ ਜਿਹੜੀ ਹੈ ਉਹ ਪ੍ਰੈਜ਼ੈਂਟ ਦੇ ਵਿੱਚ ਜੀਣੀ ਚਾਹੀਦੀ ਹੈ, ਨਾ ਕਿ ਪਾਸਟ ਦੇ ਵਿੱਚ। ਪਾਸਟ ਦੇ ਵਿੱਚ ਜੋ ਹੋ ਗਿਆ ਸੋ ਹੋ ਗਿਆ। ਸਾਨੂੰ ਹਮੇਸ਼ਾ ਹੀ ਆਪਣੀ ਜਿਹੜੀ ਲਾਈਫ ਹੈ ਉਹ ਪ੍ਰੈਜ਼ੈਂਟ ਦੇ ਵਿੱਚ ਜਿਹੜੀ ਹੈ ਉਹ ਜੀਣੀ ਚਾਹੀਦੀ ਹੈ ਤੇ ਹਰੇਕ ਕੰਮ ਨੂੰ ਅਸੀਂ ਸਮਝੀਏ ਕਿ ਇਹ ਅਸੀਂ ਕਰ ਸਕਦੇ ਹਾਂ। ਕਦੀ ਵੀ ਟੈਂਡੀ ਕਲਰ ਦੇ ਵਿੱਚ ਨਾ ਜਾਈਏ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ, ਸੋ ਇਹ ਮੇਰੇ ਵਾਸਤੇ ਜਿਹੜਾ ਹੈ ਉਹ ਪੋਸੀਬਲ ਨਹੀਂ ਹੈ। ਸਾਨੂੰ ਇੱਕ ਤਰ੍ਹਾਂ ਦੀ ਅਸੀਂ ਜੇ ਗੱਲ ਕਰੀਏ ਤਾਂ ਅਸੀਂ ਪਾਣੀ ਤੋਂ ਵੀ ਅਸੀਂ ਜਿਹੜੀ ਸਿੱਖਿਆ ਲੈ ਸਕਦੇ ਹਾਂ ਕਿ ਜੋ ਪਾਣੀ ਹੈ ਉਹ ਨਿਰੰਤਰ ਹੀ ਜਿਹੜਾ ਹੈ ਉਹ ਵਹਿੰਦਾ ਜਾਂਦਾ ਹੈ, ਪਰ ਜੇ ਅਸੀਂ ਗੱਲ ਕਰੀਏ ਤਾਂ ਕੁਝ ਜੇ ਮੀਂਹ ਆਉਂਦਾ ਹੈ ਤਾਂ ਕੁਝ ਕੁ ਪਾਣੀ ਜਿਹੜਾ ਖੱਡਿਆਂ ਦੇ ਵਿੱਚ ਵੀ ਜਿਹੜਾ ਹੁੰਦਾ ਹੈ ਉਹ ਖਲੋਤਾ ਹੁੰਦਾ ਹੈ, ਤੇ ਉਹ ਜਿਹੜਾ ਪਾਣੀ ਹੈ, ਜਿਹੜਾ ਖਲੋਤਾ ਪਾਣੀ ਹੈ, ਉਹ ਇੱਕ ਹਿਸਾਬ ਨਾਲ ਬਦਬੂ ਮਾਰਨ ਲੱਗ ਪੈਂਦਾ ਹੈ। ਤੇ ਇਸ ਤਰ੍ਹਾਂ ਹੀ ਸਾਨੂੰ ਜਿਹੜਾ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਹੀ ਸਾਨੂੰ ਅੱਗੇ ਵੱਧਦੇ ਜਾਣਾ ਚਾਹੀਦਾ ਹੈ, ਨਹੀਂ ਤਾਂ ਸਾਡੀ ਜਿਹੜੀ ਪਰਸਨੈਲਿਟੀ ਹੈ, ਜੋ ਸਾਡੀ ਜਿਹੜੀ ਐਗਜ਼ਿਸਟੈਂਸ ਹੈ, ਇਹ ਜਿਹੜੀ ਹੈ ਕਿਸੇ ਵੀ ਕੰਮ ਦੀ ਨਹੀਂ ਰਹੇਗੀ। ਸਾਡੀ ਪਰਸਨੈਲਿਟੀ ਵੀ ਦਿਨੋਂ ਦਿਨ ਜਿਹੜੀ ਹੈ ਉਹ ਘਟਦੀ ਜਾਵੇਗੀ। ਸੋ ਇਸ ਦੇ ਨਾਲ ਹੀ ਮੇਰੇ ਅੱਜ ਦੀ ਸੈਸ਼ਨ ਦੀ ਸਮਾਪਤੀ ਹੈ ਜੀ। ਸੋ ਆਪ ਜੀ ਨੂੰ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਮੇਰਾ ਸੈਸ਼ਨ ਵਧੀਆ ਲੱਗਿਆ ਹੋਵੇਗਾ ਤੇ ਆਪ ਜੀ ਨੇ ਬਹੁਤ ਕੁਝ ਨਵਾਂ ਜਿਹੜਾ ਹੈ ਉਹ ਸਿੱਖਿਆ ਹੋਵੇਗਾ ਤੇ ਤੁਸੀਂ ਆਪਣੀ ਲਾਈਫ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਇੰਪਲੀਮੈਂਟ ਵੀ ਕਰੋਗੇ ਜੀ। ਸੋ ਇਸੇ ਦੇ ਨਾਲ ਹੀ ਮੇਰੇ ਸੈਸ਼ਨ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਏਕਮਨੋਰ ਸਿੰਘ ਜੀ ਵੀਰ ਜੀ ਦਾ। ਇਹਨਾਂ ਨੇ ਬਹੁਤ ਹੀ ਸੋਹਣਾ ਟੌਪਿਕ ਲਿਆ, ਟਾਈਮ ਮੈਨੇਜਮੈਂਟ। ਤਾਂ ਇਹਨਾਂ ਤੋਂ ਸਾਨੂੰ ਸਿੱਖਿਆ ਮਿਲੀ ਹੈ ਕਿ ਆਪਾਂ ਨੂੰ ਸਮੇਂ ਦਾ ਸਹੀ ਉਪਯੋਗ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਆ
ਤੇ ਕਿਉਂਕਿ ਜਿਹੜਾ ਆਪਣਾ ਇੱਕ ਵਾਰੀ ਜਿਹੜਾ ਸਮਾਂ ਬੀਤ ਚੁੱਕਿਆ ਹੁੰਦਾ ਉਹ ਕਦੇ ਮੁੜ ਕੇ ਵਾਪਸ ਨਹੀਂ ਆ ਸਕਦਾ ਹੈਗਾ, ਤਾਂ ਆਪਣੇ ਹੱਥਾਂ 'ਚ ਸਿਰਫ ਪਛਤਾਵਾ ਰਹਿ ਜਾਂਦਾ ਹੈਗਾ। ਸੋ ਅੱਜ ਦੇ ਟੌਪਿਕ ਦੇ ਰਿਲੇਟਡ ਜੇਕਰ ਕਿਸੇ ਬੱਚੇ ਨੇ ਆਪਣੇ ਵਿਚਾਰ ਸਾਂਝੇ ਕਰਨੇ ਹੋਣ ਤਾਂ ਉਹ ਆਪਣੇ ਹੈਂਡ ਰੇਜ਼ ਕਰ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਬੜਾ ਹੀ ਵਧੀਆ ਜਿਹੜਾ ਇਹਦਾ ਵਿਸ਼ਾ ਸੀਗਾ ਟਾਈਮ ਮੈਨੇਜਮੈਂਟ। ਸੋ 2 ਮਿੰਟ ਦੇ ਵਿੱਚ ਜਿਹੜੇ ਹੈਗੇ ਮੈਂ ਆਪਣੇ ਵਿਚਾਰ ਜਿਹੜੇ ਪੇਸ਼ ਕਰਨੇ ਚਾਹੂੰਗਾ ਕਿ ਅਸੀਂ ਜਦੋਂ ਬੈਂਕ ਦੇ ਵਿੱਚ ਐਂਟਰੀ ਕਰਦੇ ਹਾਂ, ਬੜੀ ਮੈਨੂੰ ਲੱਗਦਾ ਵੀ ਇੰਪੋਰਟੈਂਟ ਗੱਲ ਹੈ ਇਹ, ਕਿ ਜਦੋਂ ਅਸੀਂ ਬੈਂਕ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਸਾਡੀ ਨਿਗਾਹ ਸਿੱਧਾ ਮੈਨੇਜਰ ਦੇ ਕੈਬਨ ਦੇ ਵੱਲ ਜਾਂ ਉਸਦੇ ਰੂਮ ਦੇ ਵੱਲ ਜਾਂਦੀ ਹੈ ਤੇ ਅਸੀਂ ਕਹਿੰਦੇ ਹਾਂ, ਜਾਂ ਸਾਡੇ ਫਾਦਰ ਜਾਂਦੇ, ਜਾਂ ਅਸੀਂ ਮਨ 'ਚ ਸੋਚਦੇ ਹਾਂ ਯਾਰ ਕਿਆ ਬਾਤ ਹੈ, ਯਾਰ ਮੈਨੇਜਰ ਬੰਦਾ ਹੈ, ਏਸੀ ਚੱਲਦਾ ਵਧੀਆ, ਕਰਨਾ ਕੀ ਇਹਨੇ, ਬੈਠਾ ਆਰਾਮ ਨਾਲ ਚੇਅਰ ਤੇ ਪੈਸੇ ਕਮਾ ਰਿਹਾ ਹਨਾ। ਪਰ ਕੀ ਹੈ, ਮੈਨੇਜਰ ਦਾ ਮਤਲਬ ਕਿ ਸਾਰੀ ਹੀ ਬੈਂਕ ਨੂੰ ਮੈਨੇਜ ਕਰਨਾ, ਜਿੰਨੇ ਵੀ ਉਹਦੇ ਥੱਲੇ ਕੰਮ ਕਰਦੇ ਆ ਏਜੰਟ, ਸਾਰਾ ਹਿਸਾਬ ਕਿਤਾਬ ਮੈਨੇਜਰ ਨੇ ਦੇਖਣਾ ਹਨਾ। ਉਵੇਂ ਹੀ ਉਹ ਮੈਨੇਜਰ ਸਾਰੀ ਬੈਂਕ ਨੂੰ ਮੈਨੇਜ ਕਰ ਰਿਹਾ ਹੈ। ਤੇ ਜਿਹੜੇ ਅਸੀਂ ਆ, ਅਸੀਂ ਆਪਣੇ ਟਾਈਮ ਨੂੰ ਮੈਨੇਜ ਕਰਨਾ, ਅਸੀਂ ਵੀ ਆਪਣੇ ਆਪ ਦੇ ਮੈਨੇਜਰ ਹਾਂ। ਇਹ ਗੱਲ ਅਸੀਂ ਦੇਖੀਏ ਵੀ ਅਸੀਂ ਮੈਨੇਜਰ ਹਾਂ ਆਪਣੇ ਆਪ ਦੇ, ਤੇ ਅਸੀਂ ਆਪਣੇ ਟਾਈਮ ਨੂੰ ਮੈਨੇਜ ਕਰਨਾ। ਕਿਉਂਕਿ ਦੇਖੀਏ ਜੀ, ਅਸੀਂ ਟਾਈਮ ਮੈਨੇਜ ਦੇ ਬਾਰੇ ਬਹੁਤ ਕੁਝ ਸੁਣਦੇ ਹਾਂ। ਸਾਨੂੰ ਟਾਈਮ ਨੂੰ ਖਰਾਬ ਨਹੀਂ ਕਰਨਾ ਚਾਹੀਦਾ, ਟਾਈਮ ਨੂੰ ਬਚਾਉਣਾ ਚਾਹੀਦਾ, ਇਹ ਤਾਂ ਅਸੀਂ ਸ਼ੁਰੂ ਤੋਂ ਹੀ ਪੜ੍ਹਦੇ ਆਏ, ਉਹਦੀ ਗਲਤ ਵਰਤੋਂ ਨਾ ਕਰੋ। ਪਰ ਅਸੀਂ ਹਜੇ ਤੱਕ ਕਰਨ ਨਹੀਂ ਲੱਗੇ, ਮੈਂ ਵੀ ਨਹੀਂ ਕਰਨ ਲੱਗਿਆ ਅਜੇ ਤੱਕ। ਸਾਰੀ ਆਪਾਂ ਵਿੱਚ ਆ ਜਾਂਦੇ ਹਾਂ, ਕੁਛ ਕੁ 90% ਦੇ ਵਿੱਚੋਂ ਆਪਾਂ 90% ਲੋਕ ਇੱਦਾਂ ਦੇ ਜਿਹੜੇ ਨਹੀਂ ਕਰਦੇ, 10% ਜਿਹੜੇ ਕਰ ਵੀ ਲੈਂਦੇ। ਮੈਂ ਵੀ ਨਹੀਂ ਕਰ ਰਿਹਾ ਹਜੇ, ਤੇ ਆਪਾਂ ਸੁਣੀ ਜਾਂਦੇ ਹਾਂ ਹਨਾ। ਆਪਾਂ ਕੋਸ਼ਿਸ਼ ਕਰੀਏ ਵੀ ਇਹਨੂੰ ਲੈ ਕੇ ਆਈਏ ਆਪਣੇ ਜੀਵਨ ਦੇ ਵਿੱਚ। ਜਦੋਂ ਅਸੀਂ ਆਪਣੇ ਟਾਈਮ ਦੇ ਪਾਬੰਦ ਹੋ ਜਾਂਦੇ ਹਾਂ ਨਾ, ਫਿਰ ਸਾਨੂੰ ਵੀ ਹਿਲਾ ਨਹੀਂ ਸਕਦਾ। ਕਿਉਂਕਿ ਦੇਖੋ, ਜਦੋਂ ਆਪਾਂ ਗੱਲ ਕਰੀਏ, ਸੂਰਜ ਦੀ ਗੱਲ ਕਰਦੇ ਹਾਂ ਹਨਾ, ਜਾਂ ਸਰਦੀ ਦੀ ਗੱਲ ਕਰਦੇ ਹਾਂ, ਗਰਮੀ ਦੀ ਗੱਲ ਕਰਦੇ ਹਾਂ, ਤੇ ਇਹਦਾ ਕੀ ਹੈ, ਪੱਕਾ ਨੇਚਰ ਹੁੰਦਾ ਵੀ ਭਾਈ ਜਿਹੜਾ ਸੂਰਜ ਆ ਉਹ ਤੜਕੇ 6:30, 6:35 ਤੇ 32 ਤੇ ਜਿਹੜਾ ਕੀ ਹੈ ਚੜ ਜਾਣਾ ਸੂਰਜ, ਤੇ ਰਾਮ ਨੂੰ ਛਿਪ ਜਾਣਾ ਹਨਾ। ਗਰਮੀ ਹੈ, ਕਿਹੜੇ ਮਹੀਨਿਆਂ 'ਚ ਗਰਮੀ ਆਉਣੀ ਹੈ, ਕਿਹੜੇ ਮਹੀਨੇ ਸਰਦੀ ਆਉਣੀ ਆ, ਇਹਦਾ ਪੱਕਾ ਇੱਕ ਨਿਸ਼ਚਿਤ ਸਮਾਂ ਜਿਹੜਾ ਟਾਈਮ ਹੈ ਜਿਹੜਾ ਪੱਕਾ ਹੋਇਆ ਹੋਇਆ। ਤੇ ਆਪਾਂ ਕਦੇ ਸੂਰਜ ਨੂੰ ਐ ਤਾਂ ਨਹੀਂ ਕਹਿੰਦੇ ਭਾਈ ਰਾਤ ਨੂੰ ਆਪਾਂ 11 ਵਜੇ ਉੱਠ ਕੇ ਕਹਿੰਦੇ ਆ ਵੀ ਭਾਈ ਸੂਰਜ ਤੂੰ ਨਿਕਲ ਜਾ ਹੁਣ ਹਨਾ। ਉਹਦਾ ਸਮਾਂ ਪਾਬੰਦ ਹੈ। ਉਵੇਂ ਜੇ ਅਸੀਂ ਆਪ ਦੇ ਪਾਬੰਦ ਹੋ ਗਏ ਵੀ ਅਸੀਂ ਭਾਈ ਇੰਨੇ ਵਜੇ ਆਹ ਕੰਮ ਕਰਨਾ ਹੀ ਕਰਨਾ ਹੈ, ਤੇ ਕਿਸੇ ਦੀ ਮਜਾਲ ਨਹੀਂ ਵੀ ਉਹ ਸਾਡੇ ਨਿਤਨੇਮ ਦੇ ਟਾਈਮ 'ਚ, ਸਾਡੇ ਰਹਿ ਰਸ ਦੇ ਟਾਈਮ ਸਾਨੂੰ ਘਰੋਂ ਲੈ ਜਾਊਗਾ ਵੀ ਭਾਈ ਤੂੰ ਮੇਰੇ ਨਾਲ ਬਾਜ਼ਾਰ ਚੱਲ ਹਨਾ। ਜੇ ਅਸੀਂ ਆਪਣਾ ਸਮਾਂ ਫਿਕਸ ਕਰ ਲਿਆ ਤੇ ਅਸੀਂ ਕੀ ਆਪਦੇ ਸਫਲ ਹੋ ਜਾਾਂਗੇ। ਅਸੀਂ ਗੱਲ ਕਰਦੇ ਹੁੰਦੇ ਹਾਂ IPS IAS ਦੇ ਐਗਜ਼ਾਮ ਦੀ ਹਨਾ, ਸਾਨੂੰ ਲੱਗਦਾ ਨਾਮ ਲੈ ਕੇ IAS IPS, ਤੇ ਕਦੇ ਆਪਾਂ ਉਹਨਾਂ ਦੀ ਜੇ ਬਾਇਓਗ੍ਰਾਫੀ ਪੜ੍ਹੀਏ ਜਾਂ ਕਦੇ ਉਹਨਾਂ ਨਾਲ ਇੰਟਰੋਡਕਸ਼ਨ ਕਰੀਏ, ਉਹਨਾਂ ਦੇ ਕੋਲੇ ਬੈਠ ਕੇ ਗੱਲ ਕਰੀਏ, ਤੇ ਫਿਰ ਸਾਨੂੰ ਪਤਾ ਲੱਗਦਾ ਵੀ ਕਿੰਨਾ ਚਿਰ ਸਟੱਡੀ ਕਰਦੇ ਰਹੇ ਆ। ਮੈਂ 1 ਮਿੰਟ ਦੇ ਵਿੱਚ ਬਸ ਨਿੱਕੀ ਜਿਹੀ ਸਟੋਰੀ ਦੱਸੂਗਾ। ਮੇਰਾ ਇੱਕ ਪਟਿਆਲਾ ਯੂਨੀਵਰਸਿਟੀ ਜਿਹੜੀ ਹੈਗੀ ਆ, ਉੱਥੇ ਮੇਰਾ ਇੱਕ ਫਰੈਂਡ ਸੀਗਾ ਜਿਹੜਾ ਮੇਰੀ ਚੰਗੀ ਤਰ੍ਹਾਂ ਉਹਦੇ ਨਾਲ ਰਿਲੇਸ਼ਨ ਸੀਗਾ। ਉਹ ਬਹੁਤ ਹੀ ਇੰਟੈਲੀਜੈਂਟ ਸੀਗਾ, ਉਹਦੇ ਕੋਲ ਇੰਨੀ ਕੀ ਨੌਲੇਜ ਸੀ ਕਿ ਉਹਨੇ DSP ਦਾ SSP ਦਾ ਇਹ ਐਗਜ਼ਾਮ ਉਹਨੇ ਕਲੀਅਰ ਕਰ ਲਏ ਸੀ, ਉਹ ਸਿਲੈਕਟਡ ਸੀ, ਪਰ ਉਹਨੇ ਜੁਆਇਨ ਨਹੀਂ ਕੀਤੀ। ਉਹਦਾ ਕਹਿਣਾ ਇਹ ਸੀ ਕਿ ਮੈਂ IAS ਹੀ ਬਣਨਾ, ਤੇ ਉਹਦੀ ਸਿਟਿੰਗ ਦੀ ਜਿਹੜੀ 21 ਘੰਟੇ ਸਿਟਿੰਗ ਦੀ ਸੀ। 21 ਘੰਟੇ ਉਹ ਬੈਠ ਕੇ ਲਗਾਤਾਰ ਪੜ੍ਹਦਾ ਹੁੰਦਾ ਸੀ ਕਾਲਜ ਦੀ ਲਾਇਬ੍ਰੇਰੀ ਦੇ ਵਿੱਚ। ਤੇ ਉਹਦਾ ਕਹਿਣਾ ਇਹੀ ਹੁੰਦਾ ਸੀ ਵੀ 21 ਘੰਟੇ ਮੈਂ ਬੈਠ ਜਾਣਾ ਲਗਾਤਾਰ। ਤੇ ਉਹ ਕਹਿੰਦਾ ਜੇ ਮੈਂ ਬਾਥਰੂਮ ਕਰਨ ਵੀ ਜਾਣਾ ਹੁੰਦਾ ਸੀ ਨਾ, ਤੇ ਕਹਿੰਦਾ ਉਹ ਵੀ ਨਹੀਂ ਮੈਂ ਜਾਂਦਾ ਹੁੰਦਾ ਛੇਤੀ, ਕਿਉਂਕਿ ਉਹ ਕਹਿੰਦਾ ਜਦੋਂ ਮੈਨੂੰ ਇਹ ਗੱਲ ਦਾ ਕਹਿੰਦਾ ਮੇਰਾ ਐਕਸਪੀਰੀਅੰਸ ਸੀ ਵੀ ਜੇ ਮੈਂ 1 ਮਿੰਟ ਉੱਠ ਵੀ ਖੜਿਆ ਨਾ, ਉੱਠ ਕੇ ਪਾਣੀ ਪੀਣ ਵੀ ਚਲਾ ਗਿਆ, ਤੇ ਅੱਧਾ ਘੰਟਾ ਮੇਰਾ ਇਦਾਂ ਹੀ ਖਰਾਬ ਹੋ ਜਾਊਗਾ। ਕਿਉਂਕਿ ਜਦੋਂ ਮੈਂ ਪਾਣੀ ਪੀਣ ਜਾਊਂਗਾ ਤੇ ਮੇਰਾ ਜਿਹੜਾ ਮਾਈਂਡ ਆ ਉਹ ਹੋਰ ਪਾਸੇ ਚਲਾ ਜਾਊਗਾ, ਤੇ ਮੈਂ ਉਹ ਸੋਚਣ ਲੱਗ ਜਾਊਂਗਾ ਕਿ ਜਦੋਂ ਦੁਬਾਰਾ ਮੈਂ ਆ ਕੇ ਆਪਣੀ ਸੀਟ ਤੇ ਬੈਠਣਾ, ਤੇ ਮੈਨੂੰ ਅੱਧਾ ਘੰਟਾ ਲੱਗ ਜਾਣਾ ਆਪਣਾ ਦਿਮਾਗ ਫਿਰ ਉੱਧਰ ਲਾਉਣ ਨੂੰ। ਤੇ ਉਸ ਤੋਂ ਬਾਅਦ ਉਹਦੀ ਸਿਲੈਕਸ਼ਨ ਨਹੀਂ ਹੋ ਪਾਈ, ਉਹ ਕਲੀਅਰ ਕਰ ਗਿਆ, ਤੇ ਕੋਈ ਕਾਰਨਾਂ ਦੇ ਕਰਕੇ ਉਹ 1-2 ਪੁਆਇੰਟ ਦੇ ਵਿੱਚੋਂ ਹੀ ਰਹਿ ਗਿਆ, ਤੇ ਉਹਨੇ ਉਸ ਤੋਂ ਬਾਅਦ ਸੁਸਾਈਡ ਕਰ ਲਿਆ। ਉਹਦਾ ਕਾਰਨ ਇਹ ਬਣ ਗਿਆ। ਤੇ ਸੋ ਅਸੀਂ ਦੇਖੀਏ ਵੀ ਉਹਨੇ ਆਪਣਾ ਸਮਾਂ ਮੈਨੇਜ ਕਿਵੇਂ ਕੀਤਾ, ਕਿੰਨੇ ਟਾਈਮ ਦੀ ਸੈਟਿੰਗ ਕੀਤੀ ਉਹਨੇ, ਫਿਰ ਉਹ IAS ਦਾ ਪੇਪਰ ਦੇਣ ਦੇ ਯੋਗ ਹੋਇਆ। ਤੇ ਅਸੀਂ ਵੀ ਦੇਖੀਏ ਵੀ ਭਾਈ ਜੇ ਅਸੀਂ ਵੱਡੇ ਨਿਸ਼ਾਨੇ ਲਏ ਆ ਨਾ, ਅਸੀਂ ਕਹਿੰਦੇ ਅਸੀਂ ਸੂਰਜ ਵਾਂਗੂ ਚਮਕਣਾ, ਅਸੀਂ ਕਹਿੰਦੇ ਅਸੀਂ IAS ਬਣ ਜਾਈਏ, ਚੰਗੇ ਅਫਸਰ ਬਣ ਜਾਈਏ, ਤੇ ਅਸੀਂ ਚਮਕਣਾ ਹੈ। ਤੇ ਪਰ ਇੰਨੀ ਗੱਲ ਦਾ ਧਿਆਨ ਰੱਖੀਏ, ਚਮਕਦਾ ਤਾਂ ਸੂਰਜ ਵੀ ਹੈ ਜੀ। ਤੇ ਪਰ ਜੇ ਅਸੀਂ ਸੂਰਜ ਦੇ ਵਾਂਗੂ ਚਮਕਣਾ ਚਾਹੁੰਦੇ ਹਾਂ ਨਾ, ਤਾਂ ਸਾਨੂੰ ਸੂਰਜ ਦੇ ਵਾਂਗੂ ਸੜਨਾ ਵੀ ਪਊ, ਕਿਉਂਕਿ ਸੂਰਜ ਕਿੰਨਾ ਸੜਨ ਦਾ ਅੱਗ ਦਾ ਗੋਲਾ, ਤੇ ਫਿਰ ਹੀ ਉਹ ਚਮਕਦਾ।
ਤੇ ਜੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਚਮਕਣਾ ਚਾਹੁੰਦੇ ਹਾਂ, ਇੱਕ ਚੰਗੀ ਸ਼ਖਸੀਅਤ ਬਣਨਾ ਚਾਹੁੰਦੇ ਹਾਂ, ਚਮਕੀਲੇ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਉਸ ਸੂਰਜ ਦੇ ਵਾਂਗੂ ਸੜਨਾ ਪਊਗਾ। ਸੜਨ ਦਾ ਮਤਲਬ ਕਿ ਸਾਨੂੰ ਬਹੁਤ ਹੀ ਮਿਹਨਤ ਕਰਨੀ ਪੈਣੀ ਹੈ, ਦਿਨ ਰਾਤ ਇੱਕ ਕਰਨੀ ਪੈਣੀ ਹੈ, ਫਿਰ ਅਸੀਂ ਸੂਰਜ ਦੇ ਵਾਂਗੂ ਚਮਕ ਸਕਦੇ ਹਾਂ ਜੀ। ਸੋ ਮਾਫ਼ ਕਰਨਾ ਜੇ ਕੋਈ ਗਲਤੀ ਹੋਈ ਹੋਵੇ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਬਲਰਾਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਕੀ ਸੈਕਿੰਡ ਸਲਾਈਡ ਤੁਸੀਂ ਸ਼ੇਅਰ ਕਰ ਸਕਦੇ ਹੋ? ਹਾਂਜੀ ਜ਼ਰੂਰ। ਹਾਂਜੀ, ਜੇ ਏਕਮ ਨੂਰ ਵੀਰ ਜੀ ਜੁੜੇ ਨੇ ਤਾਂ ਹੀ ਉਹ ਕਰ ਦੇਣ ਸਕਰੀਨ ਸ਼ੇਅਰ ਆਪਣੀ। ਜੇ ਕਿਸੇ ਹੋਰ ਬੱਚੇ ਨੇ ਕੋਈ ਸਵਾਲ ਜਵਾਬ ਕਰਨੇ ਹੋਣ ਤਾਂ ਉਹ ਕਰ ਸਕਦਾ ਹੈ ਜੀ। ਜੇ ਕਿਸੇ ਬੱਚੇ ਨੇ ਆਪਣੇ ਵਿਚਾਰ ਸਾਂਝੇ ਕਰਨੇ ਹੋਣ ਤਾਂ ਉਹ ਕਰ ਸਕਦਾ ਹੈ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਬਹੁਤ ਅੱਛੀ ਤੁਸੀਂ ਸਿੱਖਿਆ ਦਿੱਤੀ। ਮੈਮ ਮੈਨੂੰ ਇੱਕ ਸਵਾਲ ਪੁੱਛਣਾ ਕਿ ਹੈ ਨਾ, ਜੇ ਆਪਣੇ ਕੋਲ ਟਾਈਮ ਬਚਿਆ, ਜਿਵੇਂ ਲਾਕਡਾਊਨ ਜੀ ਟਾਈਮ ਬਚਿਆ, ਮੈਮ ਫਿਰ ਆਪਾਂ ਨੂੰ ਜਿਹੜੀ ਚੀਜ਼ ਆਉਂਦੀ ਆਪਾਂ ਨੂੰ ਉਹ ਵੀ ਕਰਨਾ ਚਾਹੀਦਾ, ਤੇ ਜਿਹੜੀ ਆਪਾਂ ਨੂੰ ਨਹੀਂ ਆਉਂਦੀ ਮੈਮ ਉਹ ਵੱਧ ਤੋਂ ਵੱਧ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜੀ ਕਲਾਸ ਚ ਪੜ੍ਹਦੇ ਹੋ ਜੀ ਤੁਸੀਂ? ਮੈਮ ਥਰਡ ਚ ਸੀਗੀ ਪਹਿਲਾਂ, ਮੈਮ ਹੁਣ fourth ਚ। ਕਿਹੜੀ ਕਲਾਸ ਪੜ੍ਹਦੇ ਹੋ? ਗੁਰੂ ਨਾਨਕ ਦੇਵ ਜੀ ਇੰਸਟੀਚਿਊਟ ਆਫ ਸੋਲੋਜੀ ਫਾਊਂਡੇਸ਼ਨ। ਅੱਛਾ ਜੀ, ਠੀਕ ਹੈ ਜੀ। ਜੀ ਨੇ ਤਰਨਜੀਤ ਕੌਰ। ਹਾਂਜੀ, ਬੋਰਡ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਐਸਾ ਮੌਕਾ ਆਉਂਦਾ, ਉਹ ਟਾਈਮ ਆਉਂਦਾ ਵਾ ਜਦੋਂ ਆਪਾਂ ਨੂੰ ਉਹ ਕੰਮ ਕਰਨਾ ਚਾਹੀਦਾ, ਪਰ ਆਪਾਂ ਉਹ ਕੰਮ ਪੈਂਡਿੰਗ ਪਾ ਲੈਂਦੇ ਹਾਂ। ਬਲਕਿ ਕੰਮ ਕਰਨਾ ਵੀ ਥੋੜਾ ਜਿਹਾ ਚਿਰ ਪਾ ਕੇ ਕਰਨਾ ਚਾਹੀਦਾ, ਪਰ ਉਹ ਆਪਾਂ ਕੰਮ ਜਿਹੜਾ ਪੈਂਡਿੰਗ ਪਾਉਣੇ ਆ, ਫਿਰ ਆਪਣੇ ਕਈ ਵਾਰੀ ਦਿਮਾਗ 'ਚ ਆਉਂਦਾ ਵੀ ਆਪਾਂ ਉਹ ਕੰਮ ਕਰਨਾ ਸੀ। ਪਰ ਜੇ ਆਪਾਂ ਤਾਂ ਉਹ ਕਈ ਵਾਰੀ ਪਹਿਲਾਂ ਕਰ ਲਈਏ ਕੰਮ, ਤਾਂ ਆਪਣੇ ਕੁਝ ਗਲਤੀਆਂ ਹੋ ਜਾਂਦੀਆਂ ਨੇ। ਤੇ ਜੇ ਆਪਾਂ ਪੈਂਡਿੰਗ ਪਾ ਲਈਏ, ਫਿਰ ਆਪਣੇ ਪੈਂਡਿੰਗ ਪਾਇਆ ਸਮਾਂ ਵੀ ਆਪਾਂ ਨੂੰ ਕਈ ਵਾਰੀ ਠੋਸ ਪਹੁੰਚਾ ਜਾਂਦਾ ਵੀ ਇਹ ਕੰਮ ਕਰਨਾ ਸਹੀ ਹੈ ਜਾਂ ਗਲਤ ਹੈ ਜੀ। ਮੈਂ ਆਪਣੇ ਵੀਰ ਨੂੰ ਪੁੱਛਣਾ ਚਾਹੁੰਦਾ, ਜਿਨ੍ਹਾਂ ਅੱਜ ਟਾਈਮ ਮੈਨੇਜਮੈਂਟ ਦਾ ਆਪਣਾ ਪੂਰਾ ਲੈਕਚਰ ਦਿੱਤਾ ਵਾ, ਉਹਨਾਂ ਤੋਂ ਸਵਾਲ ਹੈ ਵੀਰ ਜੀ ਪਲੀਜ਼ ਰਿਪੀਟ ਕਰਿਓ। ਵੀ ਜਿੱਦਾਂ ਆਪਣੇ ਨਾ ਕੋਈ ਜ਼ਿੰਦਗੀ 'ਚ ਐਸਾ ਟਾਈਮ ਆਉਂਦਾ ਵਾ, ਮੰਨ ਲਓ ਆਪਾਂ ਨੂੰ ਉਹ ਕੰਮ ਅੱਗੇ ਕਰਨਾ ਚਾਹੀਦਾ, ਪਰ ਆਪਾਂ ਨੂੰ ਥੋੜਾ ਸਮਾਂ ਪਾ ਲੈਂਦੇ ਵੀ ਇਹ ਟਾਈਮ ਆਪਾਂ ਨੂੰ ਥੋੜਾ ਚਿਰ ਬਾਅਦ ਕਰਨਾ ਚਾਹੀਦਾ। ਪਰ ਹੁੰਦਾ ਵੀ ਇੱਕ ਹੀ, ਬਲਕਿ ਇਹ ਸਹੀ ਹੁੰਦਾ ਵੀ ਆਪਾਂ ਥੋੜਾ ਜਿਹਾ ਟਾਈਮ ਪਾ ਲਈਏ, ਪਰ ਇਹ ਕਈ ਵਾਰੀ ਐਸਾ ਸਮਾਂ ਪਾਇਆ ਆਪਣੇ ਜ਼ਿੰਦਗੀ 'ਚ ਹਾਨੀ ਪਹੁੰਚਾ ਜਾਂਦਾ ਵੀ ਇਹ ਕੰਮ ਸਹੀ ਹੈ ਜਾਂ ਗਲਤ ਆ ਜੀ। ਜੇ ਤਾਂ ਵੀਰ ਜੀ ਸਾਡੇ ਕੋਲ ਉਸ ਟਾਈਮ ਨੂੰ ਕਰਨ ਦੀ ਜਿਹੜੀ ਡੈਡਲਾਈਨ ਹੈਗੀ ਹੈ, ਕਿ ਅਸੀਂ ਮੰਨ ਲਓ ਕਿ ਸਾਡੇ ਕੋਲ ਪੂਰਾ ਜਿਹੜਾ ਹੈ ਸਾਲ ਹੈ, ਜਾਂ ਅਸੀਂ ਮਹੀਨਾ ਕਹਿ ਸਕਦੇ, ਸਾਡੇ ਕੋਲ ਉਸ ਕੰਮ ਕਰਨ ਦਾ ਮਹੀਨਾ ਹੈਗਾ, ਅਸੀਂ ਵਿੱਚ ਇੱਕ ਵਾਰ ਅਸੀਂ ਜਿਹੜਾ ਹੈ ਬ੍ਰੇਕਸ ਵੀ ਲੈ ਸਕਦੇ ਹਾਂ। ਅਸੀਂ ਉਸ ਕੰਮ ਨੂੰ ਜਿਹੜਾ ਹੈ ਉਹ ਜਿਹੜਾ ਹੈ ਥੋੜਾ ਜਿਹਾ ਛੱਡ ਵੀ ਸਕਦੇ ਹਾਂ। ਸੋ ਇਹ ਜ਼ਰੂਰੀ ਨਹੀਂ ਕਿ ਸਾਨੂੰ ਜਿਹੜਾ, ਜਿਸ ਤਰ੍ਹਾਂ ਇੱਕ ਕੋਟ ਵੀ ਹੈ ਜੀ, ਸਾਨੂੰ ਜਿਹੜਾ ਸਾਨੂੰ ਅੱਜ ਦਾ ਕੰਮ ਹੈ ਸਾਨੂੰ ਅੱਜ ਹੀ ਕਰਨਾ ਚਾਹੀਦਾ ਹੈ, ਸਾਨੂੰ ਕਦੇ ਜਿਹੜਾ ਡਿਲੇ ਨਹੀਂ ਕਰਨਾ ਚਾਹੀਦਾ। ਜਦ ਵੀ ਅਸੀਂ ਜਿਹੜਾ ਪ੍ਰੋਕਾਸਟੀਨੇਸ਼ਨ ਕਰਦੇ ਹਾਂ, ਜਦ ਵੀ ਅਸੀਂ ਆਲਸੀ ਬਣਦੇ ਹਾਂ, ਤੇ ਸਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸਾਨੂੰ ਆਪਣੇ ਆਪ ਨੂੰ ਕਹਿਣਾ ਚਾਹੀਦਾ ਕਿ ਆਲਸ ਜਿਹੜਾ ਹੈ ਉਹ ਕੱਲ ਕਰਾਂਗੇ। ਸੋ ਸਾਨੂੰ ਜਿਹੜਾ ਆਪਣਾ ਕੰਮ ਜਿਹੜਾ ਹੈ, ਇਸ ਤਰ੍ਹਾਂ ਸਾਡੀ ਜਿਹੜੀ ਹੈ ਸਾਡੀ ਕੰਸਿਸਟੈਂਸੀ ਜਿਹੜਾ ਹੈ ਉਹ ਪ੍ਰਭਾਵ ਪੈ ਸਕਦਾ ਹੈ। ਜੇ ਅਸੀਂ ਮੰਨ ਲਓ ਤੁਸੀਂ ਜਿਹੜਾ ਹੈ ਉਹ ਇੱਕ ਹਫ਼ਤੇ ਤੋਂ ਕੰਮ ਲਗਾਤਾਰ ਕਰਦੇ ਆ ਰਹੇ ਹੋ, ਪਰ ਤੁਸੀਂ ਇੱਕ ਦਿਨ ਵਿੱਚ ਜਿਹੜਾ ਹੈ ਉਹ ਗੈਪ ਪਾ ਦਿੰਦੇ ਹੋ, ਤੁਹਾਨੂੰ ਜਿਹੜਾ ਹੈ ਉਹ ਤੁਹਾਡੀ ਜਿਹੜੀ ਕੰਸਿਸਟੈਂਸੀ ਹੈ, ਜਿਹੜੀ ਤੁਹਾਡੀ ਲਗਨ ਹੈ, ਉਸਨੂੰ ਜਿਹੜਾ ਉਹ 'ਤੇ ਜਿਹੜਾ ਇੰਪੈਕਟ ਜਿਹੜਾ ਉਹ ਪਾ ਸਕਦਾ ਹੈ। ਤੇ ਇਸ ਕਰਕੇ ਮੈਂ ਤਾਂ ਇਹੀ ਪ੍ਰੈਫਰ ਕਰਾਂਗਾ ਕਿ ਸਾਨੂੰ ਜੋ ਕੰਮ ਅਸੀਂ ਕਰ ਰਹੇ ਹਾਂ, ਜਿਸ ਤਰ੍ਹਾਂ ਆਪਾਂ ਜਿਹੜੇ ਆਪਣੇ ਟਾਈਮ ਨੂੰ ਮੈਨੇਜ ਕੀਤਾ ਹੈ, ਸਾਨੂੰ ਆਪਣੇ ਉਸ ਕਮਿਟ ਤੇ ਜਿਹੜਾ ਹੈ ਉਹ ਰਹਿਣਾ ਚਾਹੀਦਾ ਹੈ ਜੀ। ਕਿਉਂਕਿ ਜਿਹੜਾ ਸਿੱਖ ਹੈ ਉਹ ਕਦੇ ਵੀ ਆਪਣੇ ਜਿਹੜਾ ਹੈ ਉਹ ਕਮਿਟਮੈਂਟ ਤੋਂ ਜਿਹੜਾ ਹੈ ਉਹ ਨਹੀਂ ਪਿੱਛੇ ਨਹੀਂ ਹਟਦਾ ਜੀ। ਸੋ ਇਹੀ ਮੇਰਾ ਜੀ ਜਵਾਬ ਹੈ ਜੀ। ਆਸ ਹੈ ਤੁਹਾਨੂੰ ਤੁਹਾਡੇ ਕੁਐਸਚਨ ਦਾ ਜਵਾਬ ਮਿਲ ਗਿਆ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ 15824 15825। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਅਸੀਂ ਇੱਕ ਕਹਾਣੀ ਸ਼ੇਅਰ ਕਰਨਾ ਚਾਹੁੰਦੇ, ਸਾਡੀ ਬੁੱਕਸ ਵਿੱਚ ਸੀਗੀ। ਇੱਕ ਵਾਰ ਦੀ ਗੱਲ ਹੈ, ਇੱਕ ਪਰਿਵਾਰ ਹੁੰਦਾ ਹੈ, ਸਾਰਾ ਪਰਿਵਾਰ ਹੀ ਟਾਈਮ ਤੇ ਹਮੇਸ਼ਾ ਨਾਪੰਦ ਹੁੰਦਾ ਹੈ। ਉਹ ਆਪਣੇ ਟਾਈਮ ਨੂੰ ਹਮੇਸ਼ਾ ਖਰਾਬ ਹੀ ਕਰਦੇ ਰਹਿੰਦੇ ਹਨ। ਉਹ ਟਾਈਮ ਤੇ ਕਦੇ ਵੀ ਕੋਈ ਵੀ ਕੰਮ ਨਹੀਂ ਸੀ ਕਰਦੇ। ਇੱਕ ਵਾਰ ਇੱਕ ਮੈਜੀਸ਼ੀਅਨ ਦਾ ਸ਼ੋਅ ਸੀਗਾ, ਸ਼ੋਅ ਸੀ 11 ਵਜੇ, ਬਟ ਉਹ ਆਪਣੇ ਸਾਰੇ ਕੰਮ ਵੇਸਟ, ਸਾਰਾ ਟਾਈਮ ਵੇਸਟ ਕਰਕੇ ਸ਼ੋਅ ਤੇ 12 ਵਜੇ ਪਹੁੰਚੇ। ਜਦੋਂ ਉਹ 12 ਵਜੇ ਪਹੁੰਚੇ ਤਾਂ ਸ਼ੋਅ ਖਤਮ ਹੋ ਚੁੱਕਾ ਸੀ। ਤਾਂ ਉਹ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਟਾਈਮ ਨੂੰ ਖਰਾਬ ਨਹੀਂ ਕਰਨਾ ਚਾਹੀਦਾ, ਆਪਣੇ ਟਾਈਮ ਨੂੰ ਸਹੀ ਜਗ੍ਹਾ ਤੇ ਲਗਾਉਣਾ ਚਾਹੀਦਾ ਹੈ, ਅਤੇ ਸਹੀ ਟਾਈਮ ਦੇ ਸਹੀ ਕੰਮ ਹੀ ਕਰਨੇ ਚਾਹੀਦੇ ਹਨ।
ਮੈਮ ਇੱਕ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੇ ਪਰਿਵਾਰ ਵੱਲੋਂ ਵੀ ਤੁਸੀਂ ਔਰ ਜਿਹੜੇ ਵੀ ਟੀਚਰ ਸਾਨੂੰ ਕੈਂਪ ਦੇ ਵਿੱਚ ਕੁਝ ਨਾ ਕੁਝ ਆਪਣੇ ਟਾਈਮ ਵਿੱਚ ਸਮਾਂ ਕੱਢ ਕੇ ਸਮਝਾਉਣ ਆਉਂਦੇ ਹਨ ਅਤੇ ਸਾਡੇ ਫ੍ਰੀ ਟਾਈਮ ਨੂੰ ਸਫਲਾ ਬਣਾਉਂਦੇ ਹਨ। ਉਹਨਾਂ ਦਾ ਅਸੀਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਤੋਂ ਕੁਐਸਚਨ ਪੁੱਟ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਵੀਰ ਜੀ ਤੋਂ ਇਹ ਕੁਐਸਚਨ ਪੁੱਛਣਾ ਚਾਹੁੰਦੀ ਸੀ ਕਿ ਬੀ ਪਰਸਿਸਟੈਂਟ ਦਾ ਮਤਲਬ ਕੀ ਹੁੰਦਾ ਹੈ? ਹਾਂਜੀ ਵੀਰ ਜੀ, ਸ਼ੇਅਰ ਕਰਨੀ ਜੀ ਬੀ ਪਰਸਿਸਟੈਂਸ ਦਾ ਮਤਲਬ ਇਹ ਹੁੰਦਾ ਹੈ ਜੀ ਕਿ ਸਾਨੂੰ ਜੋ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਉਸ ਨੂੰ ਕੰਮ ਨੂੰ ਜਾਰੀ ਰੱਖਣਾ ਚਾਹੀਦਾ ਹੈ। ਉਸ ਦੇ ਵਿੱਚ ਜਿਹੜਾ ਹੈ ਉਹ ਰੋਕ ਨਹੀਂ ਪਾਉਣੀ ਚਾਹੀਦੀ। ਜਿਸ ਤਰ੍ਹਾਂ ਤੁਸੀਂ ਸਪੋਜ਼ ਕਰ ਲਓ ਤੁਸੀਂ ਕੋਈ ਕੰਮ ਕਰ ਰਹੇ ਹੋ, ਤੁਸੀਂ ਘੰਟਾ ਪੜ੍ਹਨਾ ਹੈ ਤੇ ਸਾਨੂੰ ਉਸ ਘੰਟੇ ਦੇ ਵਿੱਚ ਜਿਹੜਾ ਹੈ ਕੋਈ ਵੀ ਜਿਹੜਾ ਬ੍ਰੇਕ ਨਹੀਂ ਰਹਿਣਾ ਚਾਹੀਦਾ। ਸਾਨੂੰ ਆਪਣੇ ਕੰਮ ਦੇ ਵੱਲ ਜਿਹੜਾ ਹੈ ਉਹ ਵੱਧਦੇ ਹੀ ਰਹਿਣਾ ਚਾਹੀਦਾ, ਕਦੇ ਵੀ ਜਿਹੜਾ ਰੁਕਣਾ ਨਹੀਂ ਚਾਹੀਦਾ। ਸੋ ਬੀ ਪਰਸਿਸਟੈਂਟ ਦਾ ਮਤਲਬ ਇਹ ਹੈ ਜੀ ਸਾਨੂੰ ਜਾਰੀ ਰੱਖਣਾ ਚਾਹੀਦਾ ਆਪਣੇ ਕੰਮ ਨੂੰ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਦਾ। ਨੈਕਸਟ ਹੈਂਡ ਰੇਜ਼ ਹੈ ਪੀਪੀ ਨੰਬਰ 16001। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਮੈਂ ਆਪਣਾ ਇਹ ਵਿਚਾਰ ਸਾਂਝਾ ਕਰਨਾ ਸੀ ਕਿ ਸਾਨੂੰ ਟਾਈਮ ਮੈਨੇਜਮੈਂਟ ਤੋਂ ਪਹਿਲਾਂ ਟਾਈਮ ਦੀ ਕੀਮਤ ਦਾ ਪਤਾ ਹੋਣਾ ਚਾਹੀਦਾ ਹੈ। ਅਸੀਂ ਟਾਈਮ ਮੈਨੇਜਮੈਂਟ ਫੇਰ ਹੀ ਕਰ ਸਕਦੇ ਹਾਂ, ਸਾਨੂੰ ਟਾਈਮ ਦਾ ਪਤਾ ਹੋਊਗਾ, ਟਾਈਮ ਦੀ ਵੈਲਿਊ ਪਤਾ ਹੋਊਗੀ। ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ 5 ਮਿੰਟ ਦਾ ਕੰਮ ਹੈ, ਬਸ 5 ਮਿੰਟ 'ਚ ਨਿਬੇੜ ਦਿੰਦੇ ਹਾਂ, ਬਟ ਉਹ ਕੰਮ ਨੂੰ ਅਸੀਂ ਅੱਧਾ ਘੰਟਾ ਲਗਾਉਂਦੇ ਹਾਂ ਤਾਂ ਇਹਦੇ ਨਾਲ ਸਾਡਾ ਜਿਹੜਾ ਟਾਈਮ ਹੈ ਉਹ ਖਰਾਬ ਹੁੰਦਾ ਹੈ। ਤਾਂ ਸਾਨੂੰ ਪੂਰਾ ਵੈਲਿਊ ਦੇਣੀ ਚਾਹੀਦੀ ਹੈ ਕਿਉਂਕਿ ਉਹ 5 ਮਿੰਟ ਦੇ ਅੰਦਰ 1 ਸਕਿੰਟ ਵੀ ਐਡ ਹੁੰਦਾ ਹੈ, ਮਿੰਟ ਵੀ ਐਡ ਹੁੰਦਾ ਹੈ, ਜਿਹਦੇ ਕਰਕੇ ਘੰਟੇ ਬਣਦੇ ਨੇ। ਤੇ ਸਾਨੂੰ ਟਾਈਮ ਮੈਨੇਜਮੈਂਟ ਤੋਂ ਪਹਿਲਾਂ ਟਾਈਮ ਦੀ ਵੈਲਿਊ ਦਾ ਪਤਾ ਹੋਣਾ ਚਾਹੀਦਾ ਹੈ ਵੀ ਜਿੰਨੇ ਟਾਈਮ 'ਚ ਕੰਮ ਹੋਣਾ ਹੈ ਸਾਨੂੰ ਉਨਾ ਹੀ ਦੱਸਣਾ ਚਾਹੀਦਾ ਹੈ, ਨਾ ਕਿ ਕੁਝ ਹੋਰ ਦੱਸਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ। ਬਹੁਤ ਧੰਨਵਾਦ ਜੀ ਸਾਰੇ ਵਿਦਿਆਰਥੀਆਂ ਦਾ ਜਿਨ੍ਹਾਂ ਨੇ ਸਮੇਂ ਦੇ ਨਾਲ ਸੰਬੰਧਿਤ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਨੇ। ਸੋ ਜਿਵੇਂ ਕਿ ਏਕਮ ਨੂਰ ਸਿੰਘ ਜੀ, ਸਭ ਨੂੰ ਪਤਾ ਹੈ ਕਿ ਉਹ ਸਟੂਡੈਂਟ ਹੈਗੇ ਨੇ EPP ਦੇ ਔਰ 11th ਕਲਾਸ ਸ਼ਾਇਦ ਵੀ ਜੀ ਨੇ ਪਾਸ ਕੀਤੀ ਹੈ, ਏਦਾਂ ਹੀ ਹੈ ਨਾ ਜੀ ਏਕਮ ਨੂਰ ਸਿੰਘ ਜੀ? ਜੀ ਜੀ। ਤੇ ਜੇ ਉਹ 11th ਕਲਾਸ ਵਿੱਚ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਐਡਰੈਸ ਕਰ ਸਕਦੇ ਨੇ ਤਾਂ ਅਸੀਂ ਆਪਣੇ ਆਪ ਅੰਦਰ ਝਾਤੀ ਮਾਰੀਏ ਕਿ ਜਿਹੜਾ ਸਮਾਂ ਲੋਕਡਾਊਨ ਬੀਤਿਆ ਹੈ ਜਾਂ ਹੁਣ ਜਿਹੜਾ ਸਮਾਂ ਚੱਲ ਰਿਹਾ, ਸਾਡੇ ਕੋਲ ਫ੍ਰੀ ਟਾਈਮ ਹੈ, ਨਵੇਂ ਸੈਸ਼ਨ ਸਟਾਰਟ ਹੋਏ ਨੇ ਜਾਂ ਸਾਡੇ ਐਗਜ਼ਾਮ ਜਿਹੜੇ ਨੇ ਉਹ ਜਿਹੜੇ ਕਿ ਵਿੱਚ ਰਹਿ ਗਏ ਨੇ ਜਾਂ ਉਹਨਾਂ ਦੀ ਤਿਆਰੀ ਤਾਂ ਸਾਡੀ ਹੈਗੀ ਹੈ, ਸਾਨੂੰ ਉਸ ਸਮੇਂ ਨੂੰ ਅਸੀਂ ਕਿੱਦਾਂ ਯੂਟਿਲਾਈਜ਼ ਕਰਨਾ ਹੈ। ਸੋ ਇਹ ਸਾਡੇ ਕੋਲ ਇੱਕ ਸਮਾਂ ਹੈ ਕਿ ਅਸੀਂ ਇੱਥੇ ਹੈਂਡ ਰੇਜ਼ ਕਰਕੇ ਬੋਲਿਆ ਕਰੀਏ ਤਾਂ ਕਿ ਸਾਡਾ ਜਿਹੜਾ ਝੱਕ ਹੈ ਉਹ ਦੂਰ ਹੋ ਸਕੇ ਤੇ ਅਸੀਂ ਕੌਨਫੀਡੈਂਸ ਆਪਣੇ ਵਿੱਚ ਲੈ ਕੇ ਆ ਸਕੀਏ। ਸੋ ਅਗਰ ਕੋਈ ਵੀ ਵਿਦਿਆਰਥੀ ਹਜੇ ਵੀ ਸਾਡੇ ਕੋਲ 2-4 ਮਿੰਟ ਦਾ ਸਮਾਂ ਹੈਗਾ, ਕੋਈ ਆਪਣਾ ਕੌਨਫੀਡੈਂਸ ਲਿਆਉਣ ਦੇ ਲਈ ਕੁਝ ਗੱਲਬਾਤ ਕਰਨਾ ਚਾਹੁੰਦੇ, ਕਦੇ ਨਾ ਸੋਚੋ ਮੈਂ ਗਲਤ ਬੋਲ ਲਾਂਗੀ ਜਾਂ ਮੈਂ ਕੁਝ ਏਦਾਂ ਗਲਤ ਹੋ ਜਾਏਗਾ ਮੇਰੇ ਨਾਲ, ਕੋਈ ਤੁਹਾਡਾ ਮਜ਼ਾਕ ਨਹੀਂ ਉਡਾਏਗਾ। ਪਰ ਜੇ ਤੁਸੀਂ ਨਹੀਂ ਬੋਲੋਗੇ ਆਉਣ ਵਾਲੇ ਟਾਈਮ ਦੇ ਵਿੱਚ ਮਜ਼ਾਕ ਜ਼ਰੂਰ ਉਡੇਗਾ ਕਿ ਤੁਸੀਂ ਇੰਨਾ ਕੁਝ ਕੀਤਾ, ਤੁਹਾਨੂੰ ਇਹ ਹਜੇ ਆਉਂਦਾ ਨਹੀਂ। ਸੋ ਹਾਂਜੀ, ਬਲਜੀਤ ਕੌਰ ਜੀ ਨੇ ਹੈਂਡ ਰੇਜ਼ ਕੀਤਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਂ ਥੋੜੇ ਜਿਹੇ ਵਿਚਾਰ ਸ਼ੇਅਰ ਕਰਨੇ ਸੀ ਕਿ ਆਪਾਂ ਨੂੰ ਇੱਕ ਇਹ ਪਹਿਲਾਂ ਸੈਸ਼ਨ ਵੀ ਲੱਗਿਆ ਸੀ, ਉਹਦੇ ਵਿੱਚ ਦੱਸਿਆ ਕਿ ਆਪਾਂ ਨੂੰ ਨਾ ਜ਼ਿਆਦਾ ਟਾਈਮ ਸੋਚਣ 'ਚ ਨਹੀਂ ਵੇਸਟ ਕਰਨਾ ਚਾਹੀਦਾ। ਮਤਲਬ ਸੋਚਣ 'ਚ ਇਹ ਵੀ ਨਹੀਂ ਕਿ ਹੁਣ ਆਪਾਂ ਸੋਚਣਾ ਹੀ ਨਹੀਂ ਕਿ ਬਿਨਾਂ ਸੋਚੇ ਕੁਛ ਕਰਨਾ, ਮਤਲਬ ਏਦਾਂ ਹੀ ਸਟਾਰਟ ਕਰ ਦਿਓ। ਬਟ ਜ਼ਿਆਦਾ ਟਾਈਮ ਕੀ ਹੁੰਦਾ ਆਪਾਂ ਸੋਚਦੇ ਰਹਿੰਦੇ ਹਾਂ ਕਿ ਮੈਂ ਇਹ ਕਰਾਂਗੀ ਫਿਰ ਇਹ ਕਰਾਂਗੀ, ਬਟ ਫਿਰ ਕੀ ਹੁੰਦਾ ਆਪਾਂ ਆਲਸ ਕਰ ਜਾਂਦੇ ਹਾਂ ਵੀ ਚੱਲ ਥੋੜ੍ਹਾ ਟਾਈਮ ਬਾਅਦ ਵਿੱਚ ਕਰ ਲਾਂਗੀ। ਬਟ ਏਦਾਂ ਨਹੀਂ ਹੋਣਾ ਚਾਹੀਦਾ, ਆਪਾਂ ਨੂੰ ਸੋਚਣਾ ਚਾਹੀਦਾ ਤੇ ਨਾਲ ਦੀ ਨਾਲ ਸਟਾਰਟ ਕਰ ਦੇਣਾ ਚਾਹੀਦਾ। ਇੱਕ ਜੋ ਆਪ ਜੀ ਨੇ ਇੱਕ ਬੁੱਕ ਭੇਜੀ ਸੀ ਅਸਲ ਵਿੱਦਿਆ, ਉਹਦੇ ਵਿੱਚ ਨਾ ਜਿਹੜੇ ਕਹਾਣੀਆਂ ਸੀ ਛੋਟੀ ਛੋਟੀਆਂ, ਜਸਵੰਤ ਸਿੰਘ ਨੇਕੀ ਦੀ ਬੁੱਕ ਸੀ। ਉਹਨਾਂ ਨੇ ਆਪਣੀ ਲਾਈਫ ਦੇ ਜਿਹੜੇ ਇੰਪੋਰਟੈਂਟ ਜਾਂ ਕਹਿ ਲਓ ਇੰਸੀਡੈਂਟ ਸੀ ਹਨਾ, ਉਹ ਸ਼ੇਅਰ ਕੀਤੇ ਹੋਏ ਸੀ। ਉਹਦੇ ਵਿੱਚ ਇੱਕ ਸੀਗਾ ਕਿ ਤਿਆਰੀ ਕਰੋ ਤੇ ਸ਼ੁਰੂ ਕਰੋ ਤੇ ਤਿਆਰੀ ਹੁੰਦੀ ਰਹੇਗੀ। ਕਿ ਆਪਾਂ ਨੂੰ ਨਾ ਜ਼ਿਆਦਾ ਟਾਈਮ ਕੀ ਕਹਿੰਦੇ ਹਾਂ ਆਪਾਂ ਕਿ ਮੈਂ ਹਜੇ ਨਿਪੁੰਨ ਨਹੀਂ ਇਹ ਕੰਮ ਵਿੱਚ, ਜਿੱਦਾਂ ਮੈਂ ਕਹਿ ਦੇਵਾਂ ਕਿ ਮੈਂ ਹਜੇ ਬੋਲਣ ਨੂੰ ਤਿਆਰ ਨਹੀਂ, ਬਟ ਕੀ ਹੁੰਦਾ ਆਪਾਂ ਕਹਿੰਦੇ ਕਿ ਉਹਨੂੰ ਜ਼ਿਆਦਾ ਐਕਸਪੀਰੀਅੰਸ ਹੈ, ਬਟ ਉਹਨੂੰ ਵੀ ਐਕਸਪੀਰੀਅੰਸ ਤਾਂ ਹੋਇਆ ਜੇ ਉਹਨੇ ਕੀਤਾ ਹੈ। ਸੋ ਆਪਾਂ ਨੂੰ ਕੰਮ ਸਟਾਰਟ ਸੋਚ ਕੇ ਕਰਨਾ ਚਾਹੀਦਾ, ਬਟ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਸੋਚਣ 'ਚ, ਤੇ ਜ਼ਿਆਦਾ ਟਾਈਮ ਆਪਾਂ ਨੂੰ ਐਕਸਪੀਰੀਅੰਸ ਲੈਣ 'ਚ ਤੇ ਕੰਮ ਨੂੰ ਕਰਨ 'ਚ ਲਗਾਉਣਾ ਚਾਹੀਦਾ ਹੈ। ਵਾਹਿਗੁਰੂ ਜੀ। ਬਹੁਤ ਵਧੀਆ ਜੀ ਕਿ ਤੁਸੀਂ ਕਿਤਾਬ ਨੂੰ ਪੜ੍ਹਿਆ, ਬਹੁਤ ਧੰਨਵਾਦ। ਆਸ ਕਰਦੇ ਹਾਂ ਬਾਕੀ ਵਿਦਿਆਰਥੀ ਵੀ ਕਿਤਾਬ ਨੂੰ ਜ਼ਰੂਰ ਪੜ੍ਹ ਰਹੇ ਹੋਣਗੇ। ਹਾਂਜੀ ਸ਼ਿਵਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਜੀ ਕਾ ਮੇਰਾ ਖਾਲਸਾ। ਇੱਕ ਛੋਟਾ ਜਿਹਾ ਕੁਐਸਚਨ ਸੀਗਾ ਵੀ ਕੌਨਫੀਡੈਂਸ ਤੇ ਓਵਰ ਕੌਨਫੀਡੈਂਸ ਵਿੱਚ ਕੀ ਡਿਫਰੈਂਸ ਹੈ ਜੀ? ਵੈਸੇ ਵਿਸ਼ੇ ਦੇ ਵਿੱਚ ਨਹੀਂ ਹੈ ਪਰ ਆਪਾਂ ਕੌਨਫੀਡੈਂਸ ਦੀ ਗੱਲ ਕੀਤੀ ਹੈ, ਇਸ ਕਰਕੇ ਗੱਲ ਕਰ ਰਹੇ ਹਾਂ।
ਕੌਨਫੀਡੈਂਸ ਹੁੰਦਾ ਹੈ ਕਿ ਮੈਂ ਕਰ ਸਕਦੀ ਹਾਂ। ਓਵਰ ਕੌਨਫੀਡੈਂਸ ਇਹਦੀ ਐਗਜ਼ਾਮਪਲ ਲਈਏ, ਇਹ ਤਾਂ ਮੈਂ ਕਰ ਹੀ ਲੈਣਾ, ਮੈਨੂੰ ਦੇਖਣ ਦੀ ਵੀ ਲੋੜ ਨਹੀਂ। ਕਈ ਵਾਰ ਅਸੀਂ ਇਸ ਭੁਲੇਖੇ ਰਹਿ ਜਾਂਦੇ ਹਾਂ ਤੇ ਅਸੀਂ ਕਈ ਵਾਰ ਉੱਥੇ ਫੇਲ ਹੋ ਜਾਂਦੇ ਹਾਂ। ਯਾਨੀ ਓਵਰ ਕੌਨਫੀਡੈਂਸ ਹਮੇਸ਼ਾ ਕੀ ਹੈ, ਖਰਾਬ ਕਰਦਾ ਹੈ। ਓਵਰ ਕੌਨਫੀਡੈਂਸ ਜਦੋਂ ਅਸੀਂ ਆਪਣੇ ਆਪ ਤੋਂ ਬਾਹਰ ਹੋ ਜਾਂਦੇ, ਕੌਨਫੀਡੈਂਸ ਮਤਲਬ ਅਸੀਂ ਰੱਬ ਨੂੰ ਵੀ ਨਾਲ ਰੱਖਿਆ ਔਰ ਸਾਨੂੰ ਆਪਣੇ ਆਪ ਤੇ ਭਰੋਸਾ ਵੀ ਹੈ। ਜੀ ਜੇ ਜਦੋਂ ਅਸੀਂ ਕਹਿੰਦੇ ਹਾਂ ਵੀ ਮੈਂ ਕਰਾਂਗੀ, ਜੀ ਇਹ ਵੀ ਕੌਨਫੀਡੈਂਸ ਹੀ ਹੁੰਦਾ ਜੀ ਆਪਣਾ। ਹਾਂਜੀ, ਇਹ ਕੌਨਫੀਡੈਂਸ ਹੈ, ਮੈਂ ਕਰ ਸਕਦੀ ਹਾਂ, ਮੈਂ ਕਰਾਂਗੀ, ਇਹ ਕੌਨਫੀਡੈਂਸ ਹੈ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਫਤਿਹ ਜੀ। ਇੱਕ ਅੱਧਾ ਵਿਦਿਆਰਥੀ ਅਸੀਂ ਹੋਰ ਲਵਾਂਗੇ ਜੀ, ਕਿਉਂਕਿ ਸਮਾਂ ਜਿਹੜਾ ਉਹ ਨਿਕਲ ਰਿਹਾ। ਹਾਂਜੀ, 15/472। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਸਮੇਂ ਬਾਰੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਸਮੇਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ, ਕਿਉਂਕਿ ਗੁਆਚੀ ਹੋਈ ਚੀਜ਼ ਤਾਂ ਦੁਬਾਰਾ ਮਿਲ ਸਕਦੀ ਹੈ, ਪਰ ਗੁਆਚਿਆ ਹੋਇਆ ਸਮਾਂ ਸਾਨੂੰ ਕਦੇ ਵੀ ਮਿਲਦਾ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਧੀਆ ਜੀ। ਹਾਂਜੀ, ਪ੍ਰਭਪ੍ਰੀਤ ਕੌਰ ਜੀ 16200। ਮੈਂ ਗੁਰਪ੍ਰੀਤ ਕੌਰ ਜੀ ਨੂੰ ਕਵਾਂਗੀ, ਉਹ ਸਟੂਡੈਂਟਸ ਨੂੰ ਲੈਣਗੇ ਜੀ। ਹਾਂਜੀ, ਪ੍ਰਭਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਮੈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਹੋ ਕਹਿਣਾ ਚਾਹੁੰਦੀ ਕਿ ਵੀਰ ਬਹੁਤ ਵਧੀਆ ਸਮਝਾਇਆ ਕਿ ਸਮਾਂ ਵੇਸਟ ਨਹੀਂ ਕਰੀਦਾ, ਟਾਈਮ ਸਮੇਂ ਨਾਲ ਚੱਲੀਦਾ ਵਾ। ਕਿ ਜੇ ਆਪਾਂ ਟਾਈਮ ਸਮੇਂ ਨਾਲ ਚੱਲਾਂਗੇ ਤੇ ਵੇਸਟ ਸਮਾਂ, ਆਪਣਾ ਸਮਾਂ ਵੇਸਟ ਨਹੀਂ ਜਾਊਗਾ, ਮੋਰ ਸਮਾਂ ਮਿਲਾ ਆਪਾਂ ਨੂੰ ਕਿ ਉਹ ਆਪਾਂ ਹੋਰ ਕਿਸੇ ਕੰਮ ਲਈ ਯੂਟਿਲਾਈਜ਼ਡ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 16117। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਸਿੰਘ ਜੀ ਦੀ ਕਵਿਤਾ ਸੁਣਾਉਣਾ ਚਾਹੁੰਦੀ ਹਾਂ, ਜਿਸਦਾ ਨਾਮ ਹੈ ਸਮਾਂ। ਰਹੀ ਵਾਸਤੇ ਘੱਟ, ਸਮੇਂ ਨੇ ਇੱਕ ਨਾ ਮੰਨੀ। ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਕਿਵੇਂ ਨਾ ਸਕੀ ਰੋਕ, ਟੱਕ ਜੋ ਪਾਈ ਭੰਨੀ। ਤ੍ਰਿਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੱਡਦਾ ਜਾਵਦਾ। ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਇਹੀ ਸੇਮ ਕਵਿਤਾ ਉਹਨਾਂ ਨੇ ਆਪਣੇ ਸਕਰੀਨ ਜਿਹੜੇ ਪੀਪੀਟੀ ਦੇ ਵਿੱਚ ਵੀ ਸਾਡਾ ਸ਼ੇਅਰ ਕੀਤੀ ਹੈ ਜੀ। ਹਾਂਜੀ, 14071 ਸੰਗਰੂਰ ਤੋਂ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਂ ਟਾਈਮ ਦੇ ਰਿਲੇਟਡ ਇਹ ਕਹਿਣਾ ਚਾਹੁੰਦੀ ਸੀ ਕਿ ਸਾਨੂੰ ਹਮੇਸ਼ਾ ਟਾਈਮ ਦੀ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਬੀਤਾ ਹੋਇਆ ਸਮਾਂ ਕਦੇ ਵੀ ਮੁੜ ਕੇ ਵਾਪਸ ਨਹੀਂ ਆਉਂਦਾ ਅਤੇ ਫਿਰ ਸਾਡੇ ਕੋਲ ਬਾਅਦ ਵਿੱਚ ਪਛਤਾਵਾ ਹੀ ਰਹਿ ਜਾਂਦਾ ਹੈ। ਇਸ ਲਈ ਸਾਨੂੰ ਹਮੇਸ਼ਾ ਸਮੇਂ ਦੇ ਨਾਲ ਚੱਲਣਾ ਚਾਹੀਦਾ ਅਤੇ ਹਮੇਸ਼ਾ ਸਮੇਂ ਦੀ ਪੂਰੀ ਕਦਰ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਟਾਈਮ ਮੈਨੇਜਮੈਂਟ ਦੇ ਹਿਸਾਬ ਨਾਲ ਜਿਹੜੇ ਡਾਕਟਰ APJ ਅਬਦੁਲ ਕਲਾਮ ਸਨ, ਉਹਨਾਂ ਦੇ ਇੱਕ ਰੋਜ਼ ਦੀ ਰੂਟੀਨ ਸੀ ਕਿ ਉਹ ਸਵੇਰੇ ਜਦੋਂ ਵੀ ਉੱਠਦੇ ਸੀ ਤੇ ਸੈਰ ਤੇ ਜਾਂਦੇ ਸੀ ਤੇ ਉਹ ਆਪਣਾ ਪੂਰਾ ਟਾਈਮ ਨੂੰ, ਮਤਲਬ ਕਿ ਪੂਰੇ ਦਿਨ ਦਾ ਸ਼ੈਡਿਊਲ ਬਣਾ ਲੈਂਦੇ ਕਿ ਇਸ ਤਰ੍ਹਾਂ ਮੈਂ ਆਹ ਕੰਮ ਕਰਨਾ, ਇਹ ਕੰਮ ਇੰਪੋਰਟੈਂਟ ਹੈ। ਤੇ ਇਸ ਤਰ੍ਹਾਂ ਹੀ ਸਾਨੂੰ ਸਿੱਖਣਾ ਚਾਹੀਦਾ ਕਿ ਜਿਸ ਤਰ੍ਹਾਂ ਉਹ ਸਕਸੈਸ ਹੋਏ ਜੀਵਨ ਚ ਆਪਣੇ ਚ, ਤੇ ਇਸ ਤਰ੍ਹਾਂ ਹੀ ਸਾਨੂੰ ਸਟੂਡੈਂਟ ਨੂੰ ਕਰਨਾ ਚਾਹੀਦਾ ਕਿ ਉਹ ਸਵੇਰੇ ਜਦੋਂ ਵੀ ਮਤਲਬ ਕੋਈ ਵੀ ਕੰਮ ਕਰਦੇ, ਸਵੇਰੇ ਉੱਠਦੇ ਆਪਣਾ ਪੂਰਾ ਸ਼ੈਡਿਊਲ ਬਣਾ ਲੈਣ ਕਿਸੇ ਕੰਮ ਕਰਨਾ। ਇਸ ਤਰ੍ਹਾਂ ਪਰ ਡੇ ਦਾ ਸ਼ੈਡਿਊਲ ਵੱਖਰਾ ਹੋਏਗਾ ਤੇ ਇਸ ਹਿਸਾਬ ਨਾਲ ਫਿਰ ਪੂਰੇ ਦਿਨ ਮਤਲਬ ਕਿ ਆਪਣਾ ਚੰਗੀ ਤਰ੍ਹਾਂ ਬਿਤਾ ਸਕਦੇ ਤੇ ਟਾਈਮ ਪੂਰਾ ਮੈਨੇਜ ਕਰ ਸਕਦੇ ਆਪਣਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਆਪਣੇ ਅੱਜ ਕੈਂਪ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਜੀ। ਕੱਲ ਆਪਾਂ ਇਸੇ ਟਾਈਮ ਫਿਰ ਦੁਬਾਰਾ ਜੁੜਾਂਗੇ, ਨਾਲੇ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਹੋਰਾਂ ਨੂੰ ਵੀ ਜੋੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।